ਸਾਡੇ ਮੁੱਖ ਮੰਤਰੀ ਜਦੋਂ ਕੈਬਨਿਟ ਮੀਟਿੰਗ ਕਰਦੇ ਨੇ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਇੰਟਰੈਕਸ਼ਨ ਕਰਨ ਦੀ ਥਾਂ ਜਾਂ ਤਾਂ 5 ਮਿੰਟ ਦੀ 4 ਮਿੰਟ ਦੀ ਵੀਡੀਓ ਜਾਰੀ ਕਰ ਦਿੰਦੇ ਨੇ। ਉਹ ਤੇ ਉਹਨਾਂ ਨੇ ਉੱਥੇ ਬਣਾ ਲਿਆ, ਸਟੂਡੀਓ ਬਣਾ ਲਿਆ। ਤੇ ਇੱਕ ਹੋਰ ਪੈਟਰਨ ਦੇਖੋ ਕਿ ਉਹਨਾਂ ਦੀ ਵੀਡੀਓ ਤੋਂ ਬਾਅਦ ਸ਼੍ਰੀ ਕੇਜਰੀਵਾਲ ਦੀ ਵੀਡੀਓ ਵੀ ਆ ਜਾਂਦੀ ਆ। ਮੇਰਾ ਤਾਂ ਡਾਊਟ ਆ ਵੀ ਸ਼ਾਇਦ ਕੇਜਰੀਵਾਲ ਦੀ ਵੀਡੀਓ ਪਹਿਲਾਂ ਤਿਆਰ ਹੁੰਦੀ ਆ, ਇਹਨਾਂ ਨੂੰ ਭੇਜੀ ਜਾਂਦੀ ਆ ਵੀ ਤੁਸੀਂ ਬੋਲਣਾ ਕੀ ਆ, ਉਸ ਤੋਂ ਬਾਅਦ ਫਿਰ ਭਗਵੰਤ ਮਾਨ ਜੀ ਬੋਲਦੇ ਨੇ। 5 ਸਾਲ ਤਜਰਬੇ 'ਚ ਕੀ ਵੇਖਿਆ ਕੈਪਟਨ ਅਮਰਿੰਦਰ ਸਿੰਘ ਦੀ ਵੇਲੇ ਕਿ ਕੁਝ ਸਕੂਲਾਂ ਨੂੰ ਤੁਸੀਂ ਰੰਗ ਰੋਗਨ ਕਰਕੇ ਚਮਕਾ ਦਿਓ, ਕੁਝ ਸਕੂਲਾਂ ਦੇ ਵਿੱਚ ਸਟਾਫ ਪੂਰਾ ਕਰ ਦਿਓ ਜਿਹੜੇ ਸ਼ਹਿਰਾਂ ਦੇ ਵਿੱਚ ਨੇ, ਬਾਕੀ ਨੇ ਜਿਹੜੇ ਕੋਈ ਕੰਡੀਵੇਟ ਏਰੀਆ ਦੇ ਵਿੱਚ ਨੇ, ਬਾਰਡਰ ਏਰੀਆ ਦੇ ਵਿੱਚ ਨੇ, ਪਿੰਡ ਦੇ ਵਿੱਚ ਨੇ, ਉੱਥੇ ਤੁਸੀਂ ਸਟਾਫ ਭਰਤੀ ਨਾ ਕਰੋ, ਉੱਥੇ ਸਟਾਫ ਨਾ ਹੋਵੇ। ਇਹੀ ਹਾਲ ਦਿੱਲੀ ਦੇ ਵਿੱਚ ਆ। ਹੁਣ ਵੀ ਜਿਹੜਾ ਉਹ ਲੈ ਕੇ ਆਏ ਨੇ ਕਿ ਅਸੀਂ ਹਰੇਕ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਸਕੂਲ ਵਧੀਆ ਬਣਾਵਾਂਗੇ। ਇਹਦਾ ਮਤਲਬ ਕਿ ਅਸੀਂ ਇੱਕ ਨਵਾਂ ਪਾੜਾ ਪੈਦਾ ਕਰ ਰਹੇ ਹਾਂ। ਪਹਿਲਾਂ ਹੀ ਇੱਕ ਪਾੜਾ ਕਿ ਇੱਕ ਸਰਕਾਰੀ ਸਕੂਲ ਜਿਹਦੀਆਂ ਕੰਧਾਂ ਢੱਠੀਆਂ ਹੁੰਦੀਆਂ ਨੇ, ਜਿਹਦੇ 'ਚ ਅਧਿਆਪਕ ਨਹੀਂ ਹੁੰਦਾ। ਜੇ ਅਧਿਆਪਕ ਹੁੰਦਾ ਤਾਂ ਉਹ ਸ਼ਰਾਬ ਦੀਆਂ ਫੈਕਟਰੀਆਂ ਦੇ ਅੱਗੇ ਡਿਊਟੀ ਦੇ ਰਿਹਾ ਹੁੰਦਾ, ਮਾਈਨਿੰਗ ਤੇ ਡਿਊਟੀ ਲਗਾ ਦਿੱਤੀ ਜਾਂਦੀ ਆ, ਵੋਟਾਂ ਬਣਾਉਣ ਤੇ ਡਿਊਟੀ ਲਗਾ ਦਿੱਤੀ ਜਾਂਦੀ ਆ। ਕੈਪਟਨ ਸਰਕਾਰ, ਉਹ ਚੰਨੀ ਸਰਕਾਰ ਜਿਹੜੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀ ਸੀ, ਕਈ ਵਾਰੀ ਵਿਧਾਨ ਸਭਾ 'ਚ ਉਹਦੇ ਵਿਰੁੱਧ ਮਤੇ ਪਾਸ ਕੀਤੇ। ਉਹ ਦੂਸਰੇ ਪਾਸੇ ਉਸੇ ਸਰਕਾਰ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਣਗੇ ਉਹਨਾਂ ਤੇ ਮੋਦੀ ਸਰਕਾਰ ਦਾ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਕਰਦਾ, ਜਿਹੜਾ ਅੱਜ ਵੀ ਲਾਗੂ ਹੈ। ਲੱਗਦਾ ਨਹੀਂਗਾ ਵੀ ਜਦੋਂ ਕੁਰਸੀਆਂ ਬਦਲ ਜਾਂਦੀਆਂ ਨੇ, ਜਦੋਂ ਵਿਰੋਧੀ ਧਿਰ ਸੱਤਾ 'ਚ ਆ ਜਾਂਦਾ ਤਾਂ ਫਿਰ ਕਈ ਮਜਬੂਰੀਆਂ ਹੁੰਦੀਆਂ ਨੇ, ਤੇ ਉਸੇ ਤਹਿਤ ਹੁਣ ਦਿੱਲੀ ਪੈਟਰਨ ਜਿਹੜਾ ਆ ਸਕੂਲਾਂ ਤੇ ਲਾਗੂ ਹੋਊਗਾ। ਤੇ ਮਨਪ੍ਰੀਤ ਬਾਦਲ ਜੀ ਨੇ ਹਮੇਸ਼ਾ ਕਾਰਪੋਰੇਟਾਂ ਦਾ ਧੁਰਾ ਬਣ ਕੇ ਕੰਮ ਕੀਤਾ, ਔਰ ਉਸ ਸਮੇਂ ਜੇ ਉਹ ਪੰਜਾਬ ਦੇ ਖਜ਼ਾਨੇ ਦੇ ਉੱਤੇ ਬੈਟਰ ਕੰਮ ਕਰਨਾ ਚਾਹੁੰਦੇ ਤੇ ਫਿਰ ਉਹਨਾਂ ਦੇ ਘਰਾਂ ਦੇ ਵਿੱਚ 25-25 30-30 ਏਸੀ ਚੱਲਦੇ ਰਹੇ, ਤੇ ਉਹਨਾਂ ਦੇ ਘਰਾਂ ਦੇ ਵਿੱਚ 20-20 25-25 ਗੀਜ਼ਰ ਚੱਲਦੇ ਰਹੇ। ਇਹ ਸਾਰਾ ਕੁਝ ਚੱਲਦਾ ਰਿਹਾ। ਇਸ ਕਰਕੇ ਉਹ ਸਾਰੀ ਡਰਾਮੇਬਾਜ਼ੀ ਸੀਗੀ, ਡਰਾਮੇਬਾਜ਼ੀ ਦੇ ਵਿੱਚੋਂ ਸਾਰਾ ਕੁਝ ਨਿਕਲਿਆ ਸੀ। ਪੰਜਾਬ 'ਚ ਭਗਵੰਤ ਸਿੰਘ ਮਾਨ ਦੀ ਨਵੀਂ ਨਕੋਰ ਸਰਕਾਰ ਆਈ ਹੈ, ਔਰ ਕਈ ਗੱਲਾਂ ਨਵੀਆਂ ਵੀ ਸਾਹਮਣੇ ਆ ਰਹੀਆਂ ਨੇ। ਕਈਆਂ ਦੀ ਬਹੁਤ ਚਰਚਾ ਹੋ ਰਹੀ ਹੈ, ਕਈਆਂ ਨੂੰ ਕਿਹਾ ਜਾ ਰਿਹਾ ਵੀ ਇਹ ਮੁੱਦੇ ਬੜੇ ਵਧੀਆ ਨੇ, ਔਰ ਕਈ ਮੁੱਦਿਆਂ ਪਰ ਸਵਾਲ ਵੀ ਉੱਠ ਰਹੇ ਨੇ। ਪਰ ਇੱਕ ਸਭ ਤੋਂ ਵੱਡਾ ਮੁੱਦਾ ਇਹ ਹੈ ਵੀ ਪੰਜਾਬ ਸਰਕਾਰ ਚਾਹ ਰਹੀ ਹੈ ਵੀ ਪੰਜਾਬ 'ਚ ਸਿੱਖਿਆ ਤੇ ਸਿਹਤ ਜਿਹੜੀ ਹੈ ਇਹ ਦਿੱਲੀ ਪੈਟਰਨ ਤੇ ਲਿਆਂਦੀ ਜਾਵੇ ਤੇ ਪੰਜਾਬ ਨੂੰ ਵਿਕਸਿਤ ਕੀਤਾ ਜਾਵੇ। ਅੱਜ ਅਸੀਂ ਚਰਚਾ ਕਰਾਂਗੇ ਕਿ ਦਿੱਲੀ ਮਾਡਲ, ਸਿੱਖਿਆ ਦਾ ਦਿੱਲੀ ਮਾਡਲ ਪੰਜਾਬ ਨੂੰ ਫਿੱਟ ਬੈਠੇਗਾ, ਪੰਜਾਬ ਦੀ ਨੁਹਾਰ ਬਦਲੇਗਾ, ਪੰਜਾਬ ਦੇ ਸਕੂਲਾਂ ਤੇ ਪੰਜਾਬ ਦੇ ਵਿਦਿਅਕ ਖੇਤਰ ਵਿੱਚ ਕੋਈ ਨਵਾਂ ਉਭਾਰ ਲਏਗਾ, ਜਾਂ ਦਿੱਲੀ ਪੈਟਰਨ ਕਿਤੇ ਪੁੱਠਾ ਵੀ ਪੈ ਸਕਦਾ ਹੈ। ਇਹਦੇ ਸੰਬੰਧ ਵਿੱਚ ਚਰਚਾ ਕਰਨ ਲਈ ਦੋ ਟੀਚਰ ਯੂਨੀਅਨ ਜਿਹੜੀਆਂ ਨੇ ਪ੍ਰਮੁੱਖ, ਉਹਨਾਂ ਦੇ ਪ੍ਰਮੁੱਖ ਲੀਡਰ ਨੇ। ਇੱਕ ਤੇ ਗਵਰਨਮੈਂਟ ਟੀਚਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਜੀ, ਤੇ ਦੂਸਰੇ ਨੇ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਪ੍ਰਧਾਨ ਵਿਕਰਮਦੇਵ ਸਿੰਘ ਜੀ। ਦੋਵਾਂ ਦਾ ਸਵਾਗਤ ਹੈ ਜੀ। ਧੰਨਵਾਦ। ਇਹ ਬੜਾ ਗੰਭੀਰ ਮੁੱਦਾ। ਚਾਹਲ ਸਾਹਿਬ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। 24-25 ਲੱਖ ਬੱਚੇ ਪੜ੍ਹਦੇ ਨੇ ਤੁਹਾਡੇ ਸਕੂਲਾਂ 'ਚ, ਬਿਲਕੁਲ 19,000 ਦੇ ਕਰੀਬ ਸਕੂਲ ਨੇ, ਔਰ 19,000 ਸਕੂਲਾਂ ਵਿੱਚੋਂ ਨਵਾਂ ਭਵਿੱਖ, ਨਵੀਂ ਪੀੜ੍ਹੀ ਦੇ ਨਵੇਂ ਪੈੜ ਜਿਹੜੇ ਆ ਉਹ ਨਿਕਲਣੇ ਨੇ। ਬੜਾ ਸੈਂਸਿਟਿਵ ਮੁੱਦਾ ਹੁੰਦਾ। ਇਹ ਜਿਹੜੀ ਚਰਚਾ ਚੱਲ ਰਹੀ ਹੈ ਵੀ ਹੁਣ ਸਿੱਖਿਆ ਨੀਤੀ ਜਿਹੜੀ ਪੰਜਾਬ ਦੀ, ਜਾਂ ਸਿੱਖਿਆ ਢਾਂਚਾ ਪੰਜਾਬ ਦਾ ਕੇਜਰੀਵਾਲ ਸਰਕਾਰ ਦੇ ਮਾਡਲ ਤੇ ਚੱਲੇਗਾ, ਔਰ ਇਹਦੇ ਤੇ ਚਰਚਾ ਵੀ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ। ਤੁਸੀਂ ਇਹਨੂੰ ਕਿਵੇਂ ਮਹਿਸੂਸ ਕਰਦੇ ਜੀ? ਸਭ ਤੋਂ ਪਹਿਲਾਂ ਤਾਂ ਅਸੀਂ ਸਮਰ ਨਿਊਜ਼ ਦਾ ਤੇ ਤੁਹਾਡਾ ਇਸ ਗੱਲੋਂ ਧੰਨਵਾਦੀ ਹਾਂ ਤੁਹਾਡੇ ਕਿ ਤੁਸੀਂ ਪੰਜਾਬ ਦੇ ਉਸ ਮਤਲਬ ਭਵਿੱਖ ਦੀ ਗੱਲ ਆ ਜਿਹੜੀ ਅੱਜ ਸਾਨੂੰ ਰੱਖਣ ਦਾ ਮੌਕਾ ਜਿਹੜਾ ਦੇ ਰਹੇ ਆ, ਆਪਣੇ ਰਾਹੀਂ ਪੰਜਾਬ ਦੇ ਲੋਕਾਂ ਦੇ ਨਾਲ, ਦੁਨੀਆ ਦੇ ਲੋਕਾਂ ਦੇ ਨਾਲ ਗੱਲ ਕਰਨ ਦਾ ਮੌਕਾ ਜਿਹੜਾ ਦਿੱਤਾ। ਸਾਡੀ ਡਿਊਟੀ ਬਣਦੀ ਜੀ, ਅਹਿਮ ਮੁੱਦਾ। ਤੇ ਦੂਸਰਾ ਇਹ ਆ ਕਿ ਜਦੋਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਚੋਣ ਹੋਈ ਆ ਤਾਂ ਚੋਣ ਤੋਂ ਪਹਿਲਾਂ ਕਿਤੇ
ਇਹ ਏਜੰਡਾ ਨਹੀਂ ਸੀ ਕਿ ਪੰਜਾਬ ਦਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਦਾ ਜਿਹੜਾ ਸੁਧਾਰ ਲੈ ਕੇ ਆਉਣਾ ਉਹ ਦਿੱਲੀ ਪੈਟਰਨ ਹੀ ਇਕੱਲਾ ਹੋਏਗਾ। ਨਹੀਂ, ਪਰ ਚਾਲ ਸਾਹਿਬ ਇਹ ਤੇ ਮੇਰਾ ਖਿਆਲ ਮਾਨ ਸਾਹਿਬ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਦਿੱਲੀ ਮਾਡਲ ਇੱਥੇ ਲਾਗੂ ਕਰਾਂਗੇ, ਭਾਵੇਂ ਇੰਡਸਟਰੀ ਹੋਵੇ, ਸਕੂਲ ਹੋਣ, ਭਾਵੇਂ ਹਸਪਤਾਲ ਹੋਣ, ਤੇ ਭਾਵੇਂ ਕੁਝ ਹੋਰ ਹੋਵੇ। ਦਿੱਲੀ ਮਾਡਲ ਦਾ ਹੀ ਰੌਲਾ ਪੈ ਰਿਹਾ ਸੀ ਯਾਰ। ਤੇ ਉਹ ਬਿਲਕੁਲ ਠੀਕ ਆ, ਇਹ ਗੱਲ ਦੀ ਦਵਾਈ ਉਹਨਾਂ ਨੇ ਦਿੱਤੀ ਕਿ ਅਸੀਂ ਦਿੱਲੀ ਦੀ ਤਰ੍ਹਾਂ ਮਤਲਬ ਯਤਨ ਤਾਂ ਕਰਾਂਗੇ ਵੀ ਦਿੱਲੀ ਦੀ ਤਰ੍ਹਾਂ ਅਸੀਂ ਐਜੂਕੇਸ਼ਨ ਤੇ ਹੈਲਥ ਵਾਲਾ ਸਿਸਟਮ ਆ ਜਿਹੜਾ, ਕਿਉਂਕਿ ਨਾਲ ਉਹ ਇਹ ਵੀ ਇੱਥੇ ਆ ਕੇ ਕਹਿੰਦੇ ਰਹੇ ਵੀ ਦਿੱਲੀ ਕੇ ਸਕੂਲ ਦੇਖੋ, ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ 'ਚ ਆ ਰਹੇ, ਔਰ ਪੰਜਾਬ 'ਚ ਵੀ ਉੱਦਾਂ ਦੇ ਬਣਾ ਦਾਂਗੇ। ਔਰ ਭਗਵੰਤ ਮਾਨ ਹੋਣੀ ਤੇ ਮੀਤ ਹੇਅਰ ਜਿਹੜੇ ਸਿੱਖਿਆ ਮੰਤਰੀ, ਉਹ ਤੇ ਵਿਜ਼ਿਟ ਵੀ ਕਰ ਰਹੇ ਨੇ ਦਿੱਲੀ। ਠੀਕ ਆ, ਦਿੱਲੀ ਵਿਜ਼ਿਟ ਕਰਕੇ ਆਏ ਆ। ਉਹ ਤੋਂ ਪਹਿਲਾਂ ਸਾਡੀ ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਵੀ ਹੋਈ ਆ, ਪਰੰਤੂ ਜਿੱਥੋਂ ਤੱਕ ਸਵਾਲ ਹੈਗਾ, ਜਦੋਂ ਇਲੈਕਸ਼ਨ ਦਾ ਦੌਰ ਸੀ ਉਸ ਸਮੇਂ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਚਰਚਾ, ਜਿੱਥੇ ਦਿੱਲੀ ਦੀ ਐਜੂਕੇਸ਼ਨ ਮਾਡਲ ਦੇ, ਦਿੱਲੀ ਦਾ ਜਿਹੜਾ ਮਤਲਬ ਦਿੱਲੀ ਦੇ ਸੁਧਾਰਾਂ ਦੀ ਗੱਲ ਇੱਥੇ ਕੀਤੀ ਜਾ ਰਹੀ ਸੀ, ਹੈਲਥ ਦੇ ਸੁਧਾਰਾਂ ਦੀ ਗੱਲ ਕੀਤੀ ਜਾ ਰਹੀ ਸੀ, ਉੱਥੇ ਮੀਤ ਹੇਅਰ ਜੀ ਦਾ ਉਹ ਬਿਆਨ ਵੀ ਬਕਾਇਦਾ ਰੂਪ 'ਚ ਦਰਜ ਆ ਕਿ ਉਹ ਇਹ ਕਹਿ ਰਹੇ ਆ ਕਿ ਮੈਂ ਪੰਜਾਬ ਦੇ ਸਕੂਲਾਂ 'ਚ ਸਮਾਜਵਾਦ ਵੇਖਣਾ ਚਾਹੁੰਦਾ। ਜੇ ਪੰਜਾਬ ਦੇ ਸਕੂਲਾਂ 'ਚ ਸਮਾਜਵਾਦ ਵੇਖਣਾ ਹੈ, ਫਿਰ ਪੰਜਾਬ ਦੇ ਸਕੂਲਾਂ ਦੇ ਵਿੱਚ ਸਮਾਜਵਾਦ, ਇੱਥੇ ਪੰਜਾਬ ਤੋਂ ਲਵਲੀ ਯੂਨੀਵਰਸਿਟੀ ਦੇ ਉਹ ਧਨਾਡਾਂ ਦੇ ਜਿਨ੍ਹਾਂ ਕਾਰਪੋਰੇਟਾਂ ਨੇ ਸਿੱਖਿਆ ਦੇ ਉੱਤੇ 2007 ਦੀ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ, ਉਸ ਟਾਈਮ ਵੱਡੇ ਪੱਧਰ ਦੇ ਉੱਤੇ 1991 ਦੀਆਂ ਨੀਤੀਆਂ ਲਾਗੂ ਹੋ ਕੇ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਉਤਪੰਨ ਹੋਈਆਂ, ਤੇ ਉਹਨਾਂ ਯੂਨੀਵਰਸਿਟੀਆਂ ਦੇ ਆਧਾਰ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਮਤਲਬ ਧਨਾਡਾਂ ਦੇ ਹਵਾਲੇ ਕਰ ਦਿੱਤੀ। ਤੇ ਉਸੇ ਯੂਨੀਵਰਸਿਟੀ ਦੇ ਉੱਥੋਂ ਹੀ ਇੱਥੇ ਰਾਜ ਸਭਾ ਮੈਂਬਰ ਉੱਥੋਂ ਲੈ ਕੇ ਫਿਰ ਇਹ ਕਿਵੇਂ ਮਤਲਬ ਉਮੀਦ ਕੀਤੀ ਜਾ ਸਕਦੀ ਆ, ਅਸ਼ੋਕ ਮਿੱਤਲ ਉਹਨਾਂ ਦੀ ਗੱਲ ਕਰ ਰਹੇ ਦੀ ਗੱਲ ਹੈ ਜੀ। ਤੇ ਜੇ ਉਹਨਾਂ ਨੂੰ ਲਿਜਾ ਕੇ ਰਾਜ ਸਭਾ ਦੇ ਵਿੱਚ ਪੰਜਾਬ ਦੇ ਵਿੱਚੋਂ ਲਿਜਾ ਕੇ ਇਹ ਅਸੀਂ ਉਮੀਦ ਰੱਖੀਏ ਕਿ ਉਹ ਕਾਰਪੋਰੇਟ ਪੱਖੀ ਜਿਹੜੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਾਸਤੇ ਮੋਦੀ ਸਾਹਿਬ ਨੇ ਪਿੱਛੇ ਨੀਤੀ ਲੈ ਕੇ ਆਂਦੀ ਆ, ਉਹਦੇ ਉਲਟ ਕਿਵੇਂ ਭੁਗਤਣਗੇ ਉਹ ਖੁਦ ਆਪ ਕਾਰਪੋਰੇਟ? ਬਹੁਤ ਜ਼ਿਆਦਾ ਵੱਡਾ ਸਵਾਲ ਤੁਸੀਂ ਖੜਾ ਕਰਤਾ। ਸ਼ਾਇਦ ਇਹ ਬਹੁਤੀ ਚਰਚਾ ਦਾ ਵਿਸ਼ਾ ਨਹੀਂ ਬਣਿਆ ਵੀ ਜਿਹੜਾ ਲਵਲੀ ਯੂਨੀਵਰਸਿਟੀ ਦਾ ਚਾਂਸਲਰ ਹੈ, ਮਾਲਕ ਹੈ ਇੱਕ ਪ੍ਰਾਈਵੇਟ ਯੂਨੀਵਰਸਿਟੀ ਦਾ, ਜੇ ਆਮ ਆਦਮੀ ਪਾਰਟੀ ਉਹਨੂੰ ਰਾਜ ਸਭਾ 'ਚ ਭੇਜਦੀ ਹੈ ਤੇ ਤੁਹਾਡਾ ਮਤਲਬ ਵੀ ਉਹ ਰਾਜ ਸਭਾ 'ਚ ਜਾਂ ਪੰਜਾਬ 'ਚ ਕਿਤੇ ਖੜ ਕੇ ਇਹ ਨਹੀਂ ਕਹੂਗਾ ਵੀ ਇਹ ਜਿਹੜਾ ਪ੍ਰਾਈਵੇਟ ਢਾਂਚਾ ਇਹਨੂੰ ਖਤਮ ਕਰਕੇ ਤੇ ਸਰਕਾਰੀ ਢਾਂਚੇ ਨੂੰ ਬਣਾਇਆ ਜਾਵੇ। ਨੇਚਰਲੀ ਵਿਕਰਮ ਜੀ, ਇਹ ਤਾਂ ਬਹੁਤ ਗੰਭੀਰ ਮੁੱਦਾ ਸਾਹਮਣੇ ਆ ਗਿਆ। ਦੇਖੋ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਜਿੱਤ ਦਾ ਸਵਾਲ ਆ, 92 ਐਮਐਲਏ ਇਹਨਾਂ ਦੇ ਜਿੱਤੇ ਨੇ ਜੀ। ਦਰਅਸਲ ਅਸੀਂ ਸਮਝਦੇ ਹਾਂ ਕਿ ਜਿਹੜਾ ਪਿਛਲੇ 1.5 ਸਾਲ ਦੌਰਾਨ ਕਿਸਾਨੀ ਦਾ ਘੋਲ ਚੱਲਿਆ, ਉਸ ਦੇ ਵਿੱਚੋਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਤਬਦੀਲੀ ਦੀ ਭਾਵਨਾ ਪ੍ਰਬਲ ਹੋਈ ਆ। ਤਬਦੀਲੀ ਭਾਵ ਕਿਸਾਨੀ ਅੰਦੋਲਨ ਤੋਂ ਭਾਵ ਆਪ ਵੱਲ ਤੋਰਿਆ ਪੰਜਾਬ ਦੇ ਲੋਕਾਂ ਨੂੰ। ਅਸਲ 'ਚ ਇਹ ਸੀ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਤਬਦੀਲੀ ਦੀ ਭਾਵਨਾ ਐਵੇਂ ਆਈ ਕਿ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਫੈਸਲਾ ਲੈਂਦੇ ਨੇ ਪਿੱਛੇ ਨਹੀਂ ਮੁੜਦੇ। ਤਾਂ ਪੰਜਾਬੀਆਂ ਨੂੰ ਐਵੇਂ ਲੱਗਿਆ ਕਿ ਜਦੋਂ ਅਸੀਂ ਪ੍ਰਧਾਨ ਮੰਤਰੀ ਨੂੰ ਪਿੱਛੇ ਮੋੜ ਸਕਦੇ ਹਾਂ, 3 ਖੇਤੀ ਕਾਨੂੰਨ ਰੱਦ ਕਰਵਾ ਸਕਦੇ ਹਾਂ, ਤਾਂ ਫਿਰ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਇੱਥੇ ਕਾਬਜ ਰਹੀਆਂ ਨੇ ਸੱਤਾ ਦੇ ਵਿੱਚ, ਜਿਨ੍ਹਾਂ ਬਾਰੇ ਉਹਨਾਂ ਨੂੰ ਚਾਨਣਾ ਸੀ ਕਿ ਇਹਨਾਂ ਨੇ ਆਹ ਸਾਰਾ ਕੁਝ ਪੰਜਾਬ ਦਾ ਉਜਾੜਾ ਕੀਤਾ, ਉਹ ਸਾਰੇ ਉਹਨਾਂ ਨੇ ਹਰਾਏ। ਤੇ ਉਸ ਤਬਦੀਲੀ ਦੇ ਵਿੱਚੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ। ਤੇ ਮੈਂ ਹੋਰ ਕਲੀਅਰ ਤੁਹਾਡੇ ਕੋਲ ਕਰਵਾਉਣਾ ਚਾਹੁੰਦਾ, ਤੁਹਾਡਾ ਅਰਥ ਇਹ ਹੈ ਵੀ ਪੰਜਾਬ ਦੇ ਲੋਕਾਂ ਨੇ ਉਹ ਜਿਹੜੇ ਟ੍ਰੈਡੀਸ਼ਨਲ ਰਵਾਇਤੀ ਲੀਡਰ ਸੀ, ਉਹੀ ਚਿਹਰੇ ਸੀ, ਕੋਈ ਛੋਟਾ ਵੱਡਾ, ਉਹਨਾਂ ਤੋਂ ਅੱਕ ਕੇ ਨੰਬਰ 1 ਉਹਨਾਂ ਦੀ ਪ੍ਰਾਇੋਰਟੀ ਹੀ ਉਹਨਾਂ ਨੂੰ ਹਟਾਉਣ ਦਾ ਜਾਂ ਆਪ ਨੂੰ ਲਿਆਉਣ ਦਾ? ਦੇਖੋ, ਉਹਨਾਂ ਦੀ ਪ੍ਰਾਇੋਰਟੀ ਉਹਨਾਂ ਨੂੰ ਹਟਾਉਣ ਦੀ ਸੀ, ਕਿਉਂਕਿ ਉਹਨਾਂ ਦੇ ਚਿਹਰੇ ਨੰਗੇ ਹੋ ਚੁੱਕੇ ਸੀ ਪਿਛਲੇ ਸਮੇਂ ਦੇ ਵਿੱਚ। ਚਾਹੇ ਬਾਦਲਾਂ ਦਾ 10 ਸਾਲ ਦਾ ਰਾਜ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਦਾ ਜਦੋਂ ਉਹਨਾਂ ਨੇ ਡਾਂਗਾ ਵਾਲਾ ਚੌਂਕ ਬਣਾਇਆ ਆਪਣੇ ਮਹਿਲ ਦੇ ਅੱਗੇ ਵਾਲੇ YPS ਚੌਂਕ ਨੂੰ, ਉਹ ਹੋਵੇ, ਤਾਂ ਲੋਕਾਂ ਦੇ ਵਿੱਚ ਇੱਕ ਤਬਦੀਲੀ ਦੀ ਭਾਵਨਾ ਸੀ ਤੇ ਉਸ ਤਬਦੀਲੀ ਦੀ ਭਾਵਨਾ ਦੇ ਵਿੱਚੋਂ ਆਮ ਆਦਮੀ ਪਾਰਟੀ ਆਈ ਆ। ਪਰ ਮੈਂ ਹੋਰ ਸਪਸ਼ਟ ਕਰਨਾ, ਤੁਹਾਡਾ ਮਤਲਬ ਇਹ ਵੀ ਉਹਨਾਂ ਨੂੰ ਬਦਲਣ ਦਾ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਸੀ, ਪੁਰਾਣੇ ਲੀਡਰਾਂ ਨੂੰ, ਤੇ ਅੱਗੇ ਭਾਵੇਂ ਆਮ ਪਾਰਟੀ ਹੁੰਦੀ ਤੇ ਭਾਵੇਂ ਖਾਸ ਪਾਰਟੀ, ਜਿਹਦੀ ਸਪੇਸ ਹੁੰਦੀ ਲੋਕਾਂ ਨੇ ਉੱਥੇ ਭੁਗਤ ਜਾਣਾ। ਦੇਖੋ, 35 ਦੇ ਕਰੀਬ ਕੈਂਡੀਡੇਟ ਜਿਸ ਪਾਰਟੀ ਦੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਣ, ਕੋਈ ਅਕਾਲੀ ਦਲ ਚੋਂ ਆਇਆ, ਕੋਈ ਕਾਂਗਰਸ ਦੇ ਵਿੱਚੋਂ ਆਇਆ, ਤਾਂ ਉਸ ਦੇ ਬਾਵਜੂਦ ਲੋਕ ਚੁਣ ਦੇਣ, ਇਹਦਾ ਮਤਲਬ ਤਾਂ ਲੋਕਾਂ ਦੇ ਵਿੱਚ ਪਾਰਟੀ ਦੀ ਤਬਦੀਲੀ ਦੀ ਭਾਵਨਾ ਸੀ। ਪਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਇੱਕ ਪ੍ਰਚਾਰਿਆ ਕਿ ਅਸੀਂ ਚੰਗੀ ਸਿਹਤ ਤੇ ਸਿੱਖਿਆ ਦੇਵਾਂਗੇ, ਉਹ ਵੀ ਲੋਕਾਂ ਦੇ ਵਿੱਚ ਚਾਹੇ ਥੋੜਾ ਹਿੱਸਾ ਸੀ ਉਹ ਘਰ ਕੀਤਾ। ਤੇ ਪਰ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਪਿਛਲੇ ਲਗਭਗ ਪੌਣੇ 2 ਮਹੀਨੇ ਦੇ ਵਿੱਚ ਸਰਕਾਰ ਨੂੰ ਚੁਣੀ ਨੂੰ ਹੋ ਗਏ ਜਿਹੜੇ, ਉਸ ਦੇ ਵਿੱਚ 5 ਰਾਜ ਸਭਾ ਮੈਂਬਰਾਂ ਦੀ ਚੋਣ,
ਜਿਸ ਦੇ ਵਿੱਚ 2 ਤਾਂ ਪੰਜਾਬ ਦੇ ਹੀ ਨਹੀਂ ਹੈਗੇ ਤੇ ਇੱਕ ਨਿੱਜੀ ਯੂਨੀਵਰਸਿਟੀ ਦਾ ਚਾਂਸਲਰ ਹੋਣਾ ਤੇ ਬਾਕੀ 2 ਵੀ ਉਹ ਨੇ ਜਿਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੈਗਾ ਪੰਜਾਬ ਦੇ ਵਿੱਚ। ਤਾਂ ਸਾਨੂੰ ਲੱਗਦਾ ਵੀ ਪਹਿਲਾ ਟੈਸਟ ਇਹ ਫੇਲ ਰਿਹਾ ਇਸ ਪਾਰਟੀ ਦਾ। ਇਹਦੇ ਤੇ ਮੈਂ ਹੋਰ ਜ਼ਿਕਰ ਕਰਨਾ ਚਾਹੁੰਦਾ ਤੁਹਾਡੇ ਕੋਲੋਂ ਵੀ ਕਾਰਨ ਕੀ ਲੱਗਦਾ ਤੁਹਾਨੂੰ? ਤੁਹਾਡੇ ਮੁਤਾਬਕ ਜਿਹੜੇ ਪੰਜੇ ਨੇ ਵੀ ਉਹ ਜਿਹੜੇ ਪੰਜਾਬੀਅਤ 'ਚ ਭਿੱਜੇ ਨਹੀਂਗੇ, ਪੰਜਾਬੀਅਤ ਨਾਲ ਕੋਈ ਸਰੋਕਾਰ ਨਹੀਂ। ਆਮ ਆਦਮੀ ਪਾਰਟੀ ਜਿਹਨੂੰ 92 MLA ਜਿਤਾ ਕੇ ਦਿੱਤੇ ਪੰਜਾਬੀਆਂ ਨੇ, ਕੀ ਉਹ ਪਾਰਟੀ ਨੇ ਪੰਜਾਬੀਆਂ ਦੀ ਉਹ ਸੁਰ, ਉਹ ਆਵਾਜ਼ ਨਹੀਂ ਸੁਣੀ ਜਾਂ ਕੋਈ ਉਹਦੇ ਤੋਂ ਬੈਟਰ ਕਰਨਾ ਚਾਹੁੰਦੇ ਨੇ? ਦੇਖੋ, ਇਸ ਸਮੇਂ ਮੁਲਕ ਦੇ ਵਿੱਚ ਕੇਂਦਰੀਕਰਨ ਦਾ ਦੌਰ ਚੱਲ ਰਿਹਾ, ਸੱਤਾ ਦਾ ਕੇਂਦਰੀਕਰਨ ਲਗਾਤਾਰ ਤੇਜ਼ ਹੋ ਰਿਹਾ। ਇੱਕ ਪਾਸੇ ਕੇਂਦਰ ਸਰਕਾਰ 'ਚ ਬੀਜੇਪੀ ਦੇ ਵਿੱਚ ਹਮ ਦੋ ਹਮਾਰੇ ਦੋ ਵਾਲੀ ਗੱਲ ਆ ਕਿ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਉਹਨਾਂ ਦੇ 2 ਅੰਡਾਨੀ ਅੰਬਾਨੀ। ਪਰ ਇਸੇ ਢੰਗ ਨਾਲ ਇੱਕ ਖੂਬੀ ਵੀ ਹੈਗੀ ਨਾ, ਉੱਥੇ ਪਰਿਵਾਰਵਾਦ ਨਹੀਂ ਹੈਗਾ ਹੋਰ ਪਾਰਟੀਆਂ ਵਾਂਗ। ਦੇਖੋ, ਪਰਿਵਾਰਵਾਦ ਸਿਰਫ ਇਕੱਲਾ ਦੋਸ਼ ਨਹੀਂ ਹੁੰਦਾ। ਸੱਤਾ ਦੀਆਂ ਚਾਬੀਆਂ ਸਿਰਫ 2 ਵਿਅਕਤੀਆਂ ਦੇ ਹੱਥ ਦੇ ਵਿੱਚ ਹੋ ਜਾਣ ਤੇ ਘੱਟ ਗਿਣਤੀਆਂ, ਚਾਹੇ ਕੋਈ ਵਿਚਾਰ ਪੱਧਰ ਦੀ ਹੋਵੇ, ਧਰਮ ਆਧਾਰਿਤ ਹੋਵੇ, ਜਾਤ ਆਧਾਰਿਤ ਹੋਵੇ, ਤੁਸੀਂ ਉਹਨਾਂ ਨੂੰ ਕੋਈ ਸਪੇਸ ਨਾ ਦੇਵੋ, ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਦੋਸ਼ ਹੁੰਦਾ ਸੱਤਾ ਦੇ ਵਿੱਚ। ਮੇਰੇ ਕਹਿਣ ਦਾ ਭਾਵ ਇਹ ਸੀ ਕਿ ਜੋ ਆਮ ਆਦਮੀ ਪਾਰਟੀ ਆ, ਇਹ ਵੀ ਕਿਤੇ ਨਾ ਕਿਤੇ ਇੱਕ ਕੇਂਦਰੀਕ੍ਰਿਤ ਪਾਰਟੀ ਆ ਕਿ ਜਿਸ ਦੇ ਵਿੱਚ ਸਾਰੀਆਂ ਜਿਹੜੀਆਂ ਤਾਕਤਾਂ ਨੇ, ਉਹ ਜਿਹੜੀ ਇਹਨਾਂ ਦੀ ਦਿੱਲੀ ਵਾਲੀ ਲੀਡਰਸ਼ਿਪ ਆ, ਉਸ ਦੇ ਕੋਲ ਨੇ। ਇਸੇ ਕਰਕੇ ਜਦੋਂ 5 ਗੰਭੀਰ ਦੋਸ਼ ਲਾ ਰਹੇ, ਦੇਖੋ ਅਸੀਂ ਦੋਸ਼ ਨਹੀਂ ਲਗਾ ਰਹੇ, ਇਹ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਜ਼ਰੂਰਤ ਹੁੰਦੀ ਆ ਕਿ ਜੇ 5 ਜੋ ਰਾਜ ਸਭਾ ਦੇ ਮੈਂਬਰ ਚੁਣੇ, ਕਿ ਕੀ 92 MLA ਦੇ ਵਿੱਚੋਂ ਕੋਈ ਇੱਕ ਵੀ ਕਹਿ ਸਕਦਾ ਕਿ ਉਹਨਾਂ ਨੇ ਇਹ 5 MLA ਚੁਣੇ ਨੇ? ਨਹੀਂ, ਦਿੱਲੀ ਤੋਂ ਆਇਆ ਹੁਕਮ, ਇਹਨਾਂ ਨੂੰ ਮੰਨਣਾ ਪਿਆ। ਇਸ ਕਰਕੇ ਸਾਨੂੰ ਲੱਗਦਾ ਕਿ ਪੰਜਾਬ ਦੀ ਤਬਦੀਲੀ ਦੀ ਜੋ ਭਾਵਨਾ ਸੀ, ਉਸ ਚੋਂ 92 MLA ਚੁਣੇ ਗਏ, ਇਹ ਕਿਤੇ ਨਾ ਕਿਤੇ ਉਸ ਦਾ ਨਿਰਾਦਰ ਹੋਇਆ ਜੋ 5 ਰਾਜ ਸਭਾ ਮੈਂਬਰ ਚੁਣੇ ਗਏ ਨੇ। ਇਸ ਤੋਂ ਬਾਅਦ ਅੱਗੇ 2-3 ਚੀਜ਼ਾਂ ਨੇ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ 1 ਮਈ ਨੂੰ ਬੇਰੁਜ਼ਗਾਰ ਉੱਥੇ ਸਿੱਖਿਆ ਮੰਤਰੀ ਦੇ ਰਿਹਾਇਸ਼ ਅੱਗੇ ਜਾਂਦੇ ਨੇ, ਉਹਨਾਂ ਨਾਲ ਖਿੱਚਤੂ ਹੁੰਦੀ ਆ, ਲਾਠੀ ਚਾਰਜ ਵੀ ਹੁੰਦਾ ਤੇ ਉੱਥੇ ਬੈਰੀਕੇਡ ਲੱਗੇ ਹੋਏ ਨੇ ਤੇ ਉਹ ਬੈਰੀਕੇਡ ਬਿਲਕੁਲ ਉਸੇ ਢੰਗ ਦੇ ਨੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਅੱਗੇ ਲੱਗੇ ਹੁੰਦੇ ਸੀ। ਇਸ ਕਰਕੇ ਸਾਨੂੰ ਲੱਗਦਾ ਵੀ ਪ੍ਰਗਟ ਸਿੰਘ ਤੇ ਜਿਵੇਂ ਵਿਜੇ ਸਿੰਘ, ਆਪਣੇ ਵਿਜੇਂਦਰ ਸਿੰਘਲਾ, ਬਿਲਕੁਲ ਇਸ ਕਰਕੇ ਸਾਨੂੰ ਲੱਗਦਾ ਵੀ ਜੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਤਾਂ ਇਹਨਾਂ ਨੂੰ ਪਹਿਲਿਆਂ ਨਾਲੋਂ ਵੱਖਰਾ ਆਪਣੇ ਆਪ ਨੂੰ ਸਿਰਫ ਪੇਸ਼ ਨਹੀਂ, ਹਕੀਕੀ ਤੌਰ ਤੇ ਕਰਨਾ ਪਊਗਾ, ਤਾਂ ਲੋ ਜਿਹੜਾ ਲੋਕਾਂ ਦਾ ਉਹ ਯਕੀਨ ਆ ਉਹ ਵੱਜੂਗਾ। ਚੱਲ ਸਾਹਿਬ, ਆਪਾਂ ਸਿੱਖਿਆ ਤੇ ਆਈਏ ਹੁਣ, ਹਨਾ। ਮਾਨ ਸਾਹਿਬ, ਮੀਰ ਸਾਹਿਬ ਦਿੱਲੀ ਵਿਜ਼ਿਟ ਕਰ ਰਹੇ ਨੇ, ਉਹਨਾਂ ਦੇ ਨਾਲ ਸਾਰੇ ਪੰਜਾਬ ਦੇ ਅਧਿਕਾਰੀ ਵੀ ਜਾ ਰਹੇ ਨੇ, ਅਰਵਿੰਦ ਕੇਜਰੀਵਾਲ ਵੀ ਨਾਲ ਸੀ, ਔਰ ਉਹਨਾਂ ਨੇ ਉੱਥੇ ਕਮਾਲ ਕਰਤੀ। ਭਗਵੰਤ ਮਾਨ ਹੋਣਾ ਦੀਆਂ ਵੀਡੀਓ ਫੋਟੋ ਆਈਆਂ, ਕਹਿੰਦੇ ਯਾਰ ਕਮਾਲ ਹੈ, ਤੇ ਵੀ ਮੈਂ ਤੇ ਸੁਪਨਾ ਮੇਰਾ ਵੀ ਮੈਂ ਦਿੱਲੀ ਵਰਗੇ ਸਕੂਲ ਜਿਹੜੇ ਪੰਜਾਬ 'ਚ ਬਣਾ ਕੇ ਤੇ ਪੰਜਾਬ ਦਾ ਫਿਊਚਰ ਬਣਾਉਣਾ। ਤੁਸੀਂ ਇਹਨੂੰ ਕਿਵੇਂ ਲੈਂਦੇ ਜੀ? ਦੇਖੋ, ਇਹਦੇ 'ਚ ਇਹ ਹੈਗਾ ਜੀ ਵੀ ਪੰਜਾਬ ਦੇ ਲੋਕਾਂ ਨੇ ਬਹੁਤ ਆਸ ਦੇ ਨਾਲ ਇੰਨੇ ਵੱਡੇ ਪੱਧਰ ਦੇ ਉੱਤੇ ਜੇ ਮੈਂਡੇਟ ਦਿੱਤਾ ਆਮ ਆਦਮੀ ਪਾਰਟੀ ਨੂੰ, ਉਹਦੇ 'ਚ 2 ਤਰ੍ਹਾਂ ਦੀ ਮਤਲਬ ਪੋਜੀਸ਼ਨ ਲਈ ਆ। ਜਿੱਥੇ ਉਹਨਾਂ ਨੇ ਐਜੂਕੇਸ਼ਨ ਦੀ ਬਿਹਤਰੀ ਵਾਸਤੇ ਕਿਤੇ ਨਾ ਕਿਤੇ ਕੇਜਰੀਵਾਲ ਉਹਨਾਂ ਦੇ ਵੀ ਇੱਕ ਵਾਰੀ ਸਾਨੂੰ ਮੌਕਾ ਦਿਓ, ਅਸੀਂ ਕਰਕੇ ਦਿਖਾਈਏ, ਉਸ ਨਾਅਰੇ ਤੇ। ਔਰ ਜਿਹੜੀ ਪਹਿਲਾਂ ਆਪਾਂ ਚਰਚਾ ਕਰ ਚੁੱਕੇ ਹਾਂ ਵੀ ਜੋ ਹੁਣ ਤੱਕ ਵਾਪਰਿਆ ਹੈ, ਜਿਹੜੀਆਂ ਪਹਿਲੀਆਂ ਪਾਰਟੀਆਂ ਸੀ, ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕੱਲੀ ਐਜੂਕੇਸ਼ਨ ਦਾ ਮਤਲਬ ਇਹ ਨਹੀਂ ਕਿ ਮਤਲਬ ਕੱਲੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਆਉਣ ਜਾਣ ਤੱਕ ਦਾ ਮਤਲਬ ਹੋਵੇ। ਵੱਡੀ ਤਬਾਹੀ ਪੰਜਾਬ ਦੀ ਇਹ ਹੋਈ ਆ ਕਿ ਪੰਜਾਬ ਦਾ ਸਾਰਾ ਹੀ ਜਿੰਨਾ ਵੀ ਇੱਥੇ ਮਾਈਂਡ ਸੀ, ਉਹ ਸਾਰਾ ਡਰੇਨ ਹੋ ਕੇ ਫੋਰਨ ਚਲੇ ਗਿਆ। ਪੰਜਾਬ ਦੇ ਵਿੱਚ ਜਦੋਂ ਜੇ ਇੱਥੇ ਕੋਈ ਪੜ੍ਹਨ ਵਾਲੇ ਬੱਚਿਆਂ ਦੇ ਲਈ ਕੋਈ ਮੌਕੇ ਨਹੀਂ, ਅੱਜ ਪੰਜਾਬ ਦੀ ਹਾਲਤ ਦੇਖੋ ਕੀ ਆ। ਇਹਨਾਂ ਦਾ ਦੂਜਾ ਨਾਅਰਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਉਹ ਸੰਸਥਾਵਾਂ ਨੂੰ ਔਰ ਡਿਵੈਲਪ ਕਰਾਂਗੇ ਜਿਹੜੀਆਂ ਪਬਲਿਕ ਸੈਕਟਰ ਦੇ ਸਿੱਖਿਆ ਨੂੰ, ਪਬਲਿਕ ਸੈਕਟਰ ਦੀ ਹੈਲਥ ਨੂੰ ਬਚਾਉਣਗੀਆਂ। ਹੁਣ ਸਵਾਲ ਇਹ ਆ ਵੀ 2 ਮਹੀਨੇ ਦਾ ਜਿਹੜਾ ਦੌਰ ਲੰਘਿਆ, ਹੁਣ ਆਪਾਂ ਸਿੱਖਿਆ ਦਾ ਤੁਸੀਂ ਸਵਾਲ ਕੀਤਾ, ਅਸੀਂ ਕਿਵੇਂ ਇਸ ਗੱਲ ਨੂੰ ਮੰਨੀਏ ਕਿ ਪੰਜਾਬ ਦੇ ਵਿੱਚ ਜਿੱਥੇ ਐਗਜ਼ਾਮਪਲ ਦੇ ਤੌਰ ਦੇ ਉੱਤੇ ਸਾਡੇ 228 ਸਿੱਖਿਆ ਬਲਾਕ ਆ, 228 ਸਿੱਖਿਆ ਬਲਾਕਾਂ ਦੇ ਵਿੱਚੋਂ 50% ਦੇ ਕਰੀਬ ਜਿਹੜੇ ਸਿੱਖਿਆ ਅਫਸਰਾਂ ਦੀਆਂ ਪੋਸਟਾਂ ਖਾਲੀ ਪਈਆਂ। ਹਾਂ, ਹੁਣ ਵੀ ਖਾਲੀ ਆ ਜੀ। ਇੱਕ ਐਸੇ ਜ਼ਿਲ੍ਹੇ ਵੀ ਆ ਜਿਵੇਂ ਨਵਾਂ ਸ਼ਹਿਰ ਆ ਐਗਜ਼ਾਮਪਲ ਦੇ ਤੌਰ ਦੇ ਉੱਤੇ, ਵੀ ਜਿੱਥੇ ਇੱਕ ਵੀ ਬਲਾਕ ਸਿੱਖਿਆ ਅਫਸਰ ਨਹੀਂ, ਔਰ ਹੋਰ ਵੀ ਬਹੁਤ ਸਾਰੇ ਡਿਸਟ੍ਰਿਕਟ ਇਹੋ ਜਿਹੇ ਆ। ਔਰ ਜਿੱਥੇ ਮਤਲਬ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਫਤਿਹਗੜ੍ਹ ਸਾਹਿਬ ਦੀ ਇੱਕ ਐਗਜ਼ਾਮਪਲ ਪ੍ਰਾਇਮਰੀ ਦੇ ਦੱਸਦਾ, ਜਿੱਥੇ 1052 ਮਤਲਬ ਪੋਸਟਾਂ ਹੈ, ਜਿਹਦੇ ਵਿੱਚੋਂ 224 ਉਹ ਲੋਕ ਜਿਹੜੇ 18 ਸਾਲਾਂ ਤੋਂ ਪਿਛਲੇ 18 ਸਾਲਾਂ ਤੋਂ ਇਹ ਸੰਤਾਪ ਭੋਗ ਰਹੇ ਆ, ਕਦੇ 2500 ਤੇ, ਕਦੇ 2000 ਤੇ, ਕਦੇ 5000 ਤੇ।
ਫਿਰ ਸਿੱਖਿਆ ਦੀ ਬਿਹਤਰੀ ਦੀ ਜੇ ਗੱਲ ਆ, ਜੇ ਅਧਿਆਪਕ ਅਸੀਂ ਮਤਲਬ ਮੋਟੇ ਰੂਪ ਚ ਜੋ ਤੁਹਾਡੇ ਕੋਲੇ ਅੱਜ ਆਪਣਾ ਪੱਖ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ, ਆਮ ਚਰਚਾ ਹੋ ਜਾਂਦੀ ਹੈ ਕਈ ਵਾਰੀ ਵੀ ਅਧਿਆਪਕ ਜਥੇਬੰਦੀਆਂ ਸ਼ਾਇਦ ਅਧਿਆਪਕਾਂ ਦੇ ਵਿੱਤੀ ਮਸਲਿਆਂ ਤੱਕ ਸੀਮਿਤ ਗੱਲਾਂ ਕਰਦੀਆਂ। ਸਾਡਾ ਆਮ ਦੋਸ਼ ਲੱਗ ਜਾਂਦਾ ਹੈ। ਔਰ ਖਾਸ ਕਰਕੇ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਹੈ ਉਹ ਵੀ ਆਪਣੇ ਮਾੜੇ ਕੰਮਾਂ ਨੂੰ ਲੁਕਾਉਣ ਵਾਸਤੇ ਇਹ ਬੜਾ ਸੌਖਾ ਕਹਿ ਦਿੰਦੀਆਂ ਹੈ ਕਿ ਇਹ ਅਧਿਆਪਕ ਜਥੇਬੰਦੀਆਂ ਸਿਰਫ ਤੇ ਸਿਰਫ ਅਧਿਆਪਕਾਂ ਦੇ ਹਿੱਤਾਂ ਨੂੰ ਬਚਾਉਣ ਵਾਸਤੇ ਕੰਮ ਕਰਦੀਆਂ। ਤੁਸੀਂ ਇਹ ਦੱਸੋ ਕਿ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਬੱਚਾ ਕੇਂਦਰਿਤ ਸਿੱਖਿਆ ਹੋਣੀ ਚਾਹੀਦੀ ਆ। ਬੱਚੇ ਦੀ ਸਿੱਖਿਆ ਲਈ ਸਭ ਤੋਂ ਪਹਿਲਾਂ ਅਧਿਆਪਕ ਹੋਣਾ ਚਾਹੀਦਾ ਹੈ। ਜੇ ਬੱਚੇ ਦੀ ਸਿੱਖਿਆ ਦੇ ਵਾਸਤੇ ਪ੍ਰਾਇਮਰੀ ਸਕੂਲ ਦੇ ਵਿੱਚ ਪੁਰਾਣੀ ਸਰਕਾਰ ਨੇ ਕੀ ਕੀਤਾ, ਪ੍ਰਾਇਮਰੀ ਸਟਰਕਚਰ 'ਚ ਪ੍ਰੀ ਪ੍ਰਾਇਮਰੀ ਸਟਰਕਚਰ ਚਲਾਤਾ। ਪੂਰੇ 5 ਸਾਲ ਦੀ ਸਰਕਾਰ ਚੱਲਦੀ ਰਹੀ, 5 ਸਾਲਾਂ ਦੇ ਵਿੱਚ ਇੱਕ ਵੀ ਪ੍ਰੀ ਪ੍ਰਾਇਮਰੀ ਅਧਿਆਪਕ ਨਹੀਂ ਭਰਤੀ ਕੀਤਾ, ਕੋਈ ਅਟੈਂਡੈਂਟ ਨਹੀਂ ਭਰਤੀ ਕੀਤਾ। ਤੇ ਜੇ ਅਸੀਂ ਅਧਿਆਪਕ ਜਾਂ ਸਾਡੇ ਇੱਥੇ ਜਿਹੜੇ ਚੰਗੀ ਰੋਜੀ ਰੋਟੀ ਮਤਲਬ ਜਿਨ੍ਹਾਂ ਨੂੰ ਮਿਲਦੀ ਆ ਉਹ ਲੋਕ ਵਿੱਚੇ ਸਮੇਤ ਸਰਕਾਰ ਦੇ ਨੁਮਾਇੰਦੇ ਸਾਰੇ ਜਿਹੜੇ ਸਰਕਾਰੀ ਖਜ਼ਾਨੇ ਜੋ ਕੁਝ ਵੀ ਲੈਂਦੇ ਆ, ਅਸੀਂ ਹਰ ਵਾਰੀ ਇਹ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਦਾ ਇੱਕ ਫੈਸਲਾ ਸੀ ਉਹਨੂੰ ਲਾਗੂ ਕਰੋ। ਪ੍ਰਤਾਪ ਸਿੰਘ ਬਾਜਵਾ ਜੀ ਇੱਕ ਵਾਰੀ ਤੁਹਾਨੂੰ ਚੇਤਾ ਹੋਣਾ ਵੀ ਐਜੂਕੇਸ਼ਨ ਮਿਨਿਸਟਰ ਬਣੇ ਕੈਪਟਨ ਸਾਹਿਬ ਦੀ ਸਰਕਾਰ 'ਚ, ਸਾਡੀ ਮੀਟਿੰਗ ਦੇ ਵਿੱਚ ਸਾਨੂੰ ਕਹਿਣ ਲੱਗੇ ਵੀ ਇਹ ਅਸੀਂ ਬਿਲਕੁਲ ਬੇਬਾਕ ਹੋ ਕੇ ਗੱਲ ਕਹੀ ਵੀ ਤੁਹਾਨੂੰ ਮੌਕਾ ਮਿਲਿਆ, ਤੁਸੀਂ ਹੁਣ ਇਹ ਵਿਧਾਨ ਸਭਾ 'ਚ ਪਾਸ ਕਰ ਦਿਓ ਵੀ ਸਰਕਾਰੀ ਖਜ਼ਾਨੇ 'ਚੋਂ ਕੁਝ ਵੀ ਲੈਣ ਵਾਲੇ ਦੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲ 'ਚ ਪੜ੍ਹਨਗੇ। ਅਸੀਂ ਇਹ ਮਹਿਸੂਸ ਕਰਦੇ ਹਾਂ ਜੇ ਬੱਚੇ ਹੋ ਸਕਦੇ ਆ, ਉਹ ਐਮਐਲਏ ਮੰਤਰੀ ਮੁੱਖ ਮੰਤਰੀ ਸਭ ਹੋ ਸਕਦੇ ਆ। ਜਦੋਂ ਉੱਥੇ ਇੱਕ ਡੀਸੀ ਦਾ ਬੱਚਾ ਵੀ ਹੋਏਗਾ, ਇੱਕ ਅਧਿਆਪਕ ਦਾ ਬੱਚਾ ਵੀ ਹੋਏਗਾ ਜਾਂ ਉੱਥੇ ਐਮਐਲਏ ਦਾ ਬੱਚਾ ਵੀ ਹੋਏਗਾ, ਫਿਰ ਇਸ ਗੱਲ ਦੀ ਪਛਾਣ ਹੋਏਗੀ ਕਿ ਅਸਲ ਦੇ ਵਿੱਚ ਸਕੂਲ 'ਚ ਪ੍ਰੋਬਲਮ ਕੀ ਆ। ਬਿਲਕੁਲ। ਮੈਂ ਵਿਕਰਮ ਜੀ ਮੈਂ ਵਿੱਚੇ ਕੱਟ ਰਿਹਾ, ਫਿਰ 2 ਨੁਕਤੇ ਉਹਨਾਂ ਦੇ ਬਹੁਤ ਅਹਿਮ ਨੇ। ਪੰਜਾਬ ਦੇ ਸਿੱਖਿਆ ਨੀਤੀ ਦਾ ਜਿਹੜਾ ਕਾਇਆਕਲਪ ਕਰਨ ਤੋਂ ਪਹਿਲੋਂ ਨੰਬਰ 1 ਤੇ ਜਿਹੜੇ ਸਕੂਲ ਖਾਲੀ ਨੇ ਅਧਿਆਪਕਾਂ ਤੋਂ ਉਹ ਭਰਨ ਦੀ ਗੱਲ, ਉਹ ਦੂਸਰੀ ਗੱਲ ਘੱਟ ਹੁੰਦੀ ਹੈ। ਚਾਹਲ ਸਾਹਿਬ ਨੇ ਕੀਤੀ, ਮੈਂ ਐਪਰੀਸ਼ੀਏਟ ਕਰਦਾ ਕਿਉਂਕਿ ਮੈਂ ਇਸ ਮੁੱਦੇ ਨੂੰ ਬਹੁਤ ਉਠਾਉਣਾ। ਦੂਸਰੀ ਗੱਲ ਇਹ ਵੀ ਜਿਹੜੀ ਤਨਖਾਹ ਬਣਦੀ 60,000 ਉਹਨੂੰ 6,000 ਦਿੱਤਾ ਜਾਂਦਾ। ਤੇ ਤੀਸਰਾ ਵੀ ਪੁਆਇੰਟ ਜ਼ਰੂਰ ਦੱਸਿਓ, ਇਲਾਹਾਬਾਦ ਹਾਈ ਕੋਰਟ ਦਾ ਡਿਸੀਜਨ, ਇਹ ਉਹ ਬਾਅਦ ਚ ਵੀ ਉਹਦੇ ਬਾਰੇ ਕੀ ਚਾਹੁੰਦੇ। ਇਹ ਜਿਹੜੇ 2 ਮੁੱਦੇ ਨੇ, ਜੇ ਜਿੰਨਾ ਚਿਰ ਬੁਨਿਆਦੀ 2 ਮੁੱਦੇ ਪੂਰੇ ਨਹੀਂ ਹੋਣਗੇ, ਕੀ ਨੁਹਾਰ ਬਦਲ ਸਕਦੀ ਹੈ ਸਕੂਲਾਂ ਦੀ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਅਸੀਂ ਸਾਂਝੇ ਅਧਿਆਪਕ ਮੋਰਚੇ ਵੱਲੋਂ ਅਸੀਂ ਦੋਨੇ ਜਥੇਬੰਦੀਆਂ ਉਸ 'ਚ ਸ਼ਾਮਲ ਸੀ ਮੀਟਿੰਗ ਦੇ ਵਿੱਚ। ਅਸੀਂ ਇਹ ਜਿਹੜੀ ਸਿੱਖਿਆ ਮੰਤਰੀ ਨਾਲ 20 ਅਪ੍ਰੈਲ ਨੂੰ ਸਾਡੀ ਹੋਈ ਸੀ ਚੰਡੀਗੜ੍ਹ ਦੇ ਵਿੱਚ। ਅਸੀਂ ਇਹ ਸਾਰੇ ਮੁੱਦੇ ਰੱਖੇ ਸੀ ਕਿ ਜਿੰਨੀਆਂ ਖਾਲੀ ਅਸਾਮੀਆਂ ਨੇ, ਦੇਖੋ 35,000 ਦੇ ਕਰੀਬ ਤਾਂ ਇਸ਼ਤਿਹਾਰ ਜਾਰੀ ਹੋਇਆ। ਇਹਦਾ ਮਤਲਬ ਸਰਕਾਰ ਖੁਦ ਮੰਨਦੀ ਆ, ਸਾਰੇ ਮੁਲਾਜ਼ਮਾਂ ਦਾ ਨਹੀਂ 35,000 ਅਧਿਆਪਕਾਂ ਦਾ ਮੈਂ ਕੱਲੀ ਭਰਤੀ ਗਿਣਾ ਸਕਦਾ। ਪ੍ਰਾਇਮਰੀ ਦੇ ਵਿੱਚ 15,000 ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਹੋਇਆ 2364 66 35 ਪਿਛਲੇ ਸਾਲ ਜਾਰੀ ਹੋਇਆ, ਜਿਹੜਾ ਪ੍ਰੋਸੈਸ 'ਚ ਆ, ਪ੍ਰਕਿਰਿਆ 'ਚ ਆ। ਨਹੀਂ, ਮੈਂ ਇਹਦੀ ਗੱਲ ਕਰਦਾ ਭਗਵੰਤ ਮਾਨ ਹੋਣਾ ਕਹੇ 25,000 ਭਰਤੀ ਕਰਾਂਗੇ। ਅਸੀਂ ਤਾਂ ਇਹ ਹੈਰਾਨ ਆ ਕਿ 35,000 ਦੀ ਭਰਤੀ ਦਾ ਇਸ਼ਤਿਹਾਰ ਜਾਰੀ ਹੋਇਆ। ਉਹਨਾਂ ਨੇ ਤਾਂ ਸਾਰੇ ਡਿਪਾਰਟਮੈਂਟਾਂ ਦੀ ਗੱਲ ਕੀਤੀ। ਅਸੀਂ ਸਿਰਫ ਸਿੱਖਿਆ ਵਿਭਾਗ ਦੀ ਗੱਲ ਕਰਦੇ ਆ। ਪ੍ਰਾਇਮਰੀ ਦੇ ਵਿੱਚ 15,941 ਸੈਂਕਸ਼ਨ ਪੋਸਟਾਂ ਨੇ ETT ਦੀਆਂ, ਤੇ 29,941 29,941 ਦੇ ਵਿੱਚੋਂ ਲਗਭਗ 15,000 ਖਾਲੀ ਨੇ। ਇਹਦਾ ਮਤਲਬ ਅੱਧ ਤੋਂ ਵੱਧ ਖਾਲੀ ਨੇ। ਐਵੇਂ ਪ੍ਰੀ ਪ੍ਰਾਇਮਰੀ ਦਾ ਜਿਵੇਂ ਸਾਥੀ ਚਾਹਲ ਜੀ ਨੇ ਜ਼ਿਕਰ ਕੀਤਾ ਕਿ ਪ੍ਰੀ ਪ੍ਰਾਇਮਰੀ ਸ਼ੁਰੂ ਕਰਤੀ, ਨਵੇਂ ਅਧਿਆਪਕ ਨਹੀਂ ਭਰਤੀ ਕੀਤੇ। ਕੁੱਲ ਮਿਲਾ ਕੇ ਸਾਡੇ ਅਨੁਸਾਰ 35 ਤੋਂ 40,000 ਪੋਸਟਾਂ ਇਕੱਲੇ ਸਿੱਖਿਆ ਵਿਭਾਗ 'ਚ ਪ੍ਰਿੰਸੀਪਲ ਤੋਂ ਲੈ ਕੇ ਹੇਠਾਂ ਦਰਜਾ 4 ਤੱਕ ਉਹ ਖਾਲੀ ਨੇ। ਦੇਖੋ, ਹੁਣ ਗੱਲ ਇਹ ਆ ਕਿ ਜਿਨ੍ਹਾਂ ਨੂੰ 6,000 10,000 ਮਿਲਦੀਆਂ ਤਨਖਾਹਾਂ ਉਹ ਕਿੰਨੇ ਨੇ? ਦੇਖੋ, ਲਗਭਗ 11 ਤੋਂ 12,000 ਵਲੰਟੀਅਰ ਟੀਚਰ ਨੇ ਜਿਨ੍ਹਾਂ ਦੇ ਧਰਨੇ ਦੇ ਵਿੱਚ ਜਾ ਕੇ ਕੇਜਰੀਵਾਲ ਜੀ ਉੱਥੇ ਬੋਲ ਕੇ ਆਏ ਸੀ। ਅੱਛਾ, ਉਹਨਾਂ ਦੇ ਧਰਨੇ ਵਿੱਚ ਬੋਲ ਕੇ ਆਏ ਸੀ ਕਿ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਤੇ ਤੁਹਾਡੀ ਤਨਖਾਹ ਵੀ ਵਾਧਾ ਕਰਾਂਗੇ। ਤਾਂ 36,000 ਦੀ ਤਨਖਾਹ। ਹਾਂ, ਗੱਲ ਤਾਂ ਇਹ ਆ 6 ਦੀ ਥਾਂ 36, ਠੀਕ ਹੈ। ਮੈਂ ਇੱਕ ਉਹਨਾਂ ਦੇ ਇੰਟਰਵਿਊ ਕੀਤੀ, ਉਹਨਾਂ ਨੇ ਕਿਹਾ 6 ਤੋਂ 36 ਦੇ ਦਿਓ। ਹਾਂ, 6 ਤੋਂ 36 ਦੇਵਾਂ। ਪਰ ਗੱਲ ਤਾਂ ਇਹ ਆ ਵੀ ਕਿ ਇਸ ਵੱਲ ਗੱਲ ਧਿਆਨ ਤਾਂ ਦੇਣ ਕਿ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨਾ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਮਰਜ ਕਰਨਾ ਜਾਂ ਖਾਲੀ ਪੋਸਟਾਂ ਭਰਨੀਆਂ ਨੇ, ਕਿ ਜੇ ਜਿਹੜੇ 92 ਚੁਣੇ ਗਏ ਸੀ ਉਹ ਆਪਸ ਦੇ ਵਿੱਚ ਦਿਮਾਗ ਲਗਾਉਂਦੇ ਕਿ ਅਸੀਂ ਕਿਵੇਂ ਦੀ ਸਿੱਖਿਆ ਨੀਤੀ ਘੜਨੀ ਆ। ਮੈਂ ਤੁਹਾਡੀ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਪੰਜਾਬ ਹਮੇਸ਼ਾ ਕੇਂਦਰੀਕਰਨ ਦੇ ਵਿਰੋਧ 'ਚ ਭੁਗਤਿਆ। ਪੰਜਾਬ ਰਾਜਾਂ ਦੇ ਵੱਧ ਅਧਿਕਾਰ ਦੇ ਪੱਖ ਵਿੱਚ
ਡਟੇ ਆ। ਜੀ 3 ਸੂਚੀਆਂ ਨੇ, ਕੇਂਦਰੀ ਸੂਚੀ ਆ, ਸੰਵਰਤੀ ਸੂਚੀ ਆ ਤੇ ਰਾਜ ਸੂਚੀ ਆ। ਜਦੋਂ BSF ਦਾ ਘੇਰਾ 15 ਤੋਂ 50 ਕਿਲੋਮੀਟਰ ਕੀਤੇ ਉਦੋਂ ਉਦੋਂ ਵੀ ਆਮ ਆਦਮੀ ਪਾਰਟੀ ਨੇ ਬੜੇ ਪ੍ਰੋਟੈਸਟ ਕੀਤੇ ਸੀ ਕਿ ਸਾਡੇ ਅਧਿਕਾਰਾਂ ਦੇ ਛਾਪਾ ਹੈ। ਬਿਲਕੁਲ, ਇਸ ਕਰਕੇ ਚਾਹੀਦਾ ਤਾਂ ਪਹਿਲਾਂ ਇਹ ਸੀ ਕਿ ਇਹਨਾਂ ਨੂੰ ਇੱਕ ਸਿਆਸੀ ਪੋਜੀਸ਼ਨ ਲੈਣੀ ਚਾਹੀਦੀ ਸੀ ਕਿ ਸਿੱਖਿਆ ਨੂੰ, ਜਿਹੜੀ 1976 ਦੇ ਵਿੱਚ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਗੂ ਕੀਤੀ, ਉਹਨੂੰ ਕੇਂਦਰੀ ਸੂਚੀ 'ਚ ਪਾਤਾ ਸੀ ਕਿ ਉਹਨੂੰ ਰਾਜ ਸੂਚੀ 'ਚ ਪਾਇਆ ਜਾਵੇ। ਤੇ ਦੂਸਰਾ, ਮੈਨੂੰ ਲੱਗਦਾ ਵੀ ਸਾਨੂੰ ਕਿਸੇ ਹੋਰ ਮਾਡਲ ਵੱਲ ਪਿੱਛ ਲੱਗ ਬਣਨ ਦੀ ਕੋਈ ਲੋੜ ਨਹੀਂ ਹੈਗੀ। ਪੰਜਾਬ ਦਾ ਇੱਕ ਬਹੁਤ ਅਮੀਰ ਸੱਭਿਆਚਾਰ ਆ। ਇੱਥੋਂ ਦੇ ਜਿਹੜੇ ਗੁਰੂ ਸਾਹਿਬਾਨ ਨੇ, ਉਹਨਾਂ ਨੇ ਉਦੋਂ ਸਿੱਖਿਆ ਨੂੰ ਪ੍ਰਫੁੱਲਤ ਕੀਤਾ ਕਿ ਜਦੋਂ ਕੋਈ ਹੋਰ ਨਹੀਂ ਸਿੱਖਿਆ ਦੇ ਰਿਹਾ ਸੀ। ਜਦੋਂ ਸਿੱਖਿਆ, ਜੇ ਕੋਈ ਗ੍ਰਹਿਣ ਵੀ ਕਰਦਾ ਸੀ ਕੋਈ ਕਿਸੇ ਦਲਿਤ ਪਰਿਵਾਰ ਦੇ ਵਿੱਚੋਂ, ਤਾਂ ਉਹਦੇ ਕੰਨ ਦੇ ਵਿੱਚ ਸਿੱਕਾ ਪਿਘਲਾ ਕੇ ਪਾ ਦਿੱਤਾ ਜਾਂਦਾ ਸੀ ਕਿ ਇਹਦੇ ਕੰਨ ਦੇ ਵਿੱਚ ਸ਼ਬਦ ਨਾ ਚਲੇ ਜਾਣ। ਉਦੋਂ ਸਾਡੇ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਉਦੋਂ ਸਾਡੇ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਉਦੋਂ ਸਾਡੇ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਪਹਿਲਾਂ ਪੰਗਤ ਫੇਰ ਸੰਗਤ। ਕਹਿੰਦਾ ਭਾਵ ਕਿ ਬਰਾਬਰਤਾ ਦੇ ਵਿੱਚ ਲਿਆ ਕੇ ਬਿਠਾਉਣਾ ਪਹਿਲਾਂ, ਜਿਵੇਂ ਅੱਜ ਕੱਲ੍ਹ ਮਿਡ ਡੇ ਮੀਲ ਚੱਲਦਾ, ਸਾਰੇ ਬੱਚੇ ਸਾਰੇ ਜਾਤਾਂ ਦੇ ਧਰਮਾਂ ਦੇ ਇਕੱਠੇ ਬੈਠਦੇ ਨੇ, ਫਿਰ ਉਸ ਤੋਂ ਬਾਅਦ ਐਜੂਕੇਸ਼ਨ। ਤੇ ਜਦੋਂ ਐਡਾ ਵੱਡਾ ਸਾਡਾ ਅਮੀਰ ਸੱਭਿਆਚਾਰ ਹੋਵੇ, ਦੁਨੀਆ ਦੇ ਵਿੱਚ 2 ਯੂਨੀਵਰਸਿਟੀਆਂ ਨੇ ਜਿਹੜੀਆਂ ਲੈਂਗੁਏਜ ਦੇ ਆਧਾਰ ਤੇ ਬਣੀਆਂ ਹੋਈਆਂ ਨੇ। ਪਹਿਲੀ ਹਿਬਰੂ ਯੂਨੀਵਰਸਿਟੀ ਆ ਇਜ਼ਰਾਈਲ ਦੇ ਵਿੱਚ, ਦੂਜੀ ਸਾਡੇ ਇੱਥੇ ਪੰਜਾਬੀ ਯੂਨੀਵਰਸਿਟੀ ਆ ਪਟਿਆਲੇ ਦੇ ਵਿੱਚ 1962 ਦੇ ਵਿੱਚ ਬਣੀ। ਤਾਂ ਐਡਾ ਵੱਡਾ ਸਾਡੇ ਕੋਲ ਸੱਭਿਆਚਾਰ ਹੋਵੇ, ਇਸ ਮੁਲਕ ਦੀਆਂ ਜਿੰਨੀਆਂ ਪੁਰਾਣੀਆਂ ਯੂਨੀਵਰਸਿਟੀਆਂ ਨੇ, ਉਸ ਦੇ ਵਿੱਚੋਂ 6ਵੇਂ ਨੰਬਰ ਤੇ ਪੁਰਾਣੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ, ਜਿਹੜੀ ਪਹਿਲਾਂ ਲਾਹੌਰ 'ਚ ਖੁੱਲੀ ਸੀ। ਤੇ ਸਾਡੇ ਕੋਲ ਤਾਂ ਐਡਾ ਵੱਡਾ ਸਿੱਖਿਆ ਮਾਡਲ ਆ, ਸਿੱਖਿਆ ਢਾਂਚਾ। ਗੱਲ ਤਾਂ ਇਹ ਆ ਕਿ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ, ਉਜਾੜਿਆ, ਝੂਠੇ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਮਤਲਬ ਇੱਕ ਗੁਬਾਰਾ ਭਰ ਕੇ ਦਿਖਾਤਾ ਅੰਦਰੋਂ ਜਿਹੜਾ ਖੋਖਲਾ ਸੀ। ਤੇ ਇਹਨਾਂ ਨੂੰ ਇੱਕ ਕਹਿਣ ਨੂੰ ਗੱਲ ਬਣ ਗਈ ਕਿ ਇੱਥੋਂ ਦੀ ਐਜੂਕੇਸ਼ਨ ਵਧੀਆ ਨਹੀਂ। ਚੱਲ ਸਾਹਿਬ, ਇੱਕ ਤੇ ਮੈਂ ਫਿਰ ਉਸੇ ਪੁਆਇੰਟ ਤੇ ਆਉਂਗਾ ਜਿਹੜੀ ਤੁਸੀਂ ਜਿਹੜੇ ਕਹਿੰਦੇ 6 ਦੀ ਥਾਂ 36 ਦੇ ਦਿਓ। ਜਦੋਂ ਮੈਂ ਪਿਛਲੇ ਦਿਨਾਂ 'ਚ ਆਏ ਸੀ, ਇੰਟਰਵਿਊ ਕੀਤੀ ਤੇ ਇੱਕ ਕੁੜੀ ਭੁੱਬਾ ਮਾਰ ਕੇ ਕਹਿੰਦੀ ਵੀ ਮੈਂ ਤੇ ਹੁਣ ਜਵਾਨੀ ਵੀ ਹੰਢਾ ਲਈ 6000 ਨਾਲ, ਤੇ ਮੈਂ ਤੇ ਇੱਕੋ ਗੱਲ ਕਹਿੰਦੀ ਵੀ ਭਗਵੰਤ ਸਿੰਘ ਸਰਕਾਰ ਜਿਹੜੀ ਆ ਜਾਂ ਤਾਂ 36 ਦੇ ਜਾਂ ਲਾਈਨ 'ਚ ਖੜੇ ਕਰਕੇ ਗੋਲੀਆਂ ਮਾਰ ਦੇ। ਜਦੋਂ ਇਸ ਅਵਸਥਾ ਵਿੱਚ, ਇਸ ਮਾਨਸਿਕਤਾ ਹੇਠ ਇੱਕ ਟੀਚਰ ਸਕੂਲਾਂ 'ਚ ਪੜ੍ਹਾਉਣ ਆਉਣਗੇ ਤੇ ਫਿਰ ਕੀ ਉਹਦੀ ਕਾਇਆਕਲਪ ਹੋਊਗੀ। ਉਹ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੇ ਇਹਨਾਂ ਨੇ ਪੁਆਇੰਟ ਉਠਾਇਆ ਵੀ ਪੰਜਾਬ ਇੱਕ ਅਮੀਰੀਆਂ ਨੇ, ਕਈ ਤਰ੍ਹਾਂ ਦੀਆਂ ਅਮੀਰੀਆਂ ਨੇ, ਬੁੱਧੀਜੀਵੀ ਨੇ, ਬੜੇ ਐਕਸਪਰਟ ਨੇ। ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਇਗਨੋਰ ਕਰਕੇ ਦਿੱਲੀ 'ਚ ਬਹੁਤ ਵੱਡਾ ਇੱਕ ਸਟਰਕਚਰ ਹੈ ਜਿਹੜਾ ਭਲਾਈ ਕਰ ਸਕਦਾ ਪੰਜਾਬ ਦੀ? ਦੇਖੋ, ਸਾਨੂੰ ਇਹ ਲੱਗਦਾ ਵੀ ਪੰਜਾਬ ਦੇ ਲੋਕਾਂ ਦੀ ਆਸ ਬਹੁਤ ਵੱਡੀ ਆ। ਇਹ ਪੰਜਾਬ ਦੇ ਲੋਕਾਂ ਦੀ ਆਸ ਦੇ ਨਾਲ ਇਸ ਤਰ੍ਹਾਂ ਆਈਵਾਸ਼ ਕਰਨ ਦੀਆਂ ਗੱਲਾਂ ਹੈਗੀਆਂ, ਸਮਾਂ ਲੰਘਾਉਣ ਦੀਆਂ ਗੱਲਾਂ ਹੈ। ਸਵਾਲ ਤਾਂ ਇਹ ਆ ਵੀ ਜਿਵੇਂ ਤੁਸੀਂ ਉਸ ਲੜਕੀ ਦੀ, ਮੈਂ ਫਿਰ ਪਹਿਲਾਂ ਵੀ ਤੁਹਾਨੂੰ ਇਹੀ ਕਿਹਾ ਸੀ ਜੀ, ਐਜੂਕੇਸ਼ਨ ਦੇ ਵਿੱਚ ਸਭ ਤੋਂ ਮੇਨ ਧੁਰਾ ਬੱਚਾ ਹੈ। ਬੱਚੇ ਦੇ ਲਈ ਸਕੂਲ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਅਧਿਆਪਕ ਆ। ਜਿਸ ਪੰਜਾਬ ਦੇ ਵਿੱਚ 60 ਬੱਚਿਆਂ ਦੇ ਲਈ, ਪ੍ਰਾਇਮਰੀ ਦੇ ਵਿੱਚ 60 ਬੱਚਿਆਂ ਲਈ 2 ਅਧਿਆਪਕ ਪੜ੍ਹਾਉਣਗੇ, ਤੇ ਉੱਥੇ ਤੁਸੀਂ ਮੈਨੂੰ ਐਂ ਦੱਸੋ ਜੀ ਵੀ ਕੌਣ ਮਤਲਬ ਲੋਕ ਵਿਸ਼ਵਾਸ ਬਣਾ ਕੇ ਉੱਥੇ ਬੱਚੇ ਨੂੰ ਦਾਖਲ ਕਰਵਾਉਣਗੇ। ਜਿਸ ਪੰਜਾਬ ਦੇ ਵਿੱਚ ਅੱਜ ਵੀ ਸਿੰਗਲ ਟੀਚਰ ਸਕੂਲ ਹੋਣਗੇ, ਜਿਸ ਪੰਜਾਬ ਦੇ ਵਿੱਚ ਅਧਿਆਪਕਾਂ ਨੂੰ ਛੁੱਟੀ ਕਟਵਾਉਣ ਵਾਸਤੇ ਦੂਜੇ ਸਕੂਲਾਂ 'ਚੋਂ ਵਾਰੀ-ਵਾਰੀ ਪ੍ਰਬੰਧ ਕਰਨਾ ਪਊਗਾ, ਚੱਲਦਾ ਹਾਲੇ ਵੀ ਬਿਲਕੁਲ ਚੱਲਦਾ ਜੀ। ਤੇ ਫਿਰ ਉੱਥੇ ਵਿਸ਼ਵਾਸ ਕਿਵੇਂ ਬਣੂਗਾ? ਜਿਸ ਪੰਜਾਬ ਦੇ ਵਿੱਚ ਮਿਡਲ ਸਕੂਲਾਂ ਦੇ ਵਿੱਚ 6 ਪੋਸਟਾਂ ਸਬਜੈਕਟ ਵਾਈਜ਼ ਪੋਸਟ ਦੇਣ ਦੀ ਬਜਾਏ ਉੱਥੇ 2-2 ਜਾਂ 1-1 ਅਧਿਆਪਕ ਕੰਮ ਕਰਨਗੇ। ਤੁਸੀਂ ਇੱਕ ਵਾਰੀ ਹੁਣ ਇਸ ਟਾਈਮ ਦੇ ਉੱਤੇ ਇੱਕ ਸਰਵੇ ਕਰਵਾ ਕੇ ਦੇਖੋ। 10ਵੀਂ ਦੇ ਐਗਜ਼ਾਮ ਚੱਲਦੇ ਆ, 12ਵੀਂ ਦੇ ਐਗਜ਼ਾਮ ਚੱਲਦੇ ਆ, 8ਵੀਂ ਦੇ ਖਤਮ ਹੋਏ ਆ, ਨਾਲ ਮਾਰਕਿੰਗ ਚੱਲਦੀ ਆ। ਪੋਜੀਸ਼ਨ ਇਹੀ ਜੀ ਆ ਵੀ ਸਕੂਲਾਂ ਦੇ ਵਿੱਚ ਇੱਕ ਪਾਸੇ ਐਗਜ਼ਾਮ ਦੇ ਵਿੱਚ ਡਿਊਟੀਆਂ, ਦੂਜੇ ਪਾਸੇ ਪੇਪਰ ਮਾਰਕਿੰਗ 'ਚ ਡਿਊਟੀਆਂ, ਔਰ ਤੀਸਰੇ ਪਾਸੇ ਐਦਾਂ ਦੀਆਂ ਪੋਜੀਸ਼ਨਾਂ ਹੈਗੀਆਂ ਵੀ 80-80, 90-90 ਬੱਚਿਆਂ ਨੂੰ ਇੱਕ ਅਧਿਆਪਕ ਲਈ ਬੈਠਾ ਹੈ। ਅਸੀਂ ਮਤਲਬ ਗੱਲ ਜਿਵੇਂ ਕਰ ਰਹੇ ਸੀਗੇ, ਤੁਸੀਂ ਪੋਸਟਾਂ ਦੀ ਬਾਰ-ਬਾਰ ਗੱਲ ਕਰਦੇ ਆ, ਸਾਥੀ ਵਿਕਰਮ ਨੇ ਗੱਲ ਕੀਤੀ ਕਿ ਇੰਨੀਆਂ ਪੋਸਟਾਂ ਖਾਲੀ। ਸਵਾਲ ਤਾਂ ਖਾਲੀ ਪੋਸਟਾਂ ਦਾ ਨਹੀਂ, ਅਸੀਂ ਤਾਂ ਸਾਡੀ ਡਿਮਾਂਡ ਤਾਂ ਇਹ ਹੈ, ਸਰਕਾਰ ਨੇ ਜੇ ਸੱਚੀ ਮੁੱਚੀ ਨੀਅਤ ਨਾਲ ਕੰਮ ਕਰਨਾ, ਜੇ ਸੱਚੀ ਮੁੱਚੀ ਸਮਾਜਵਾਦੀ ਦੇ ਆਧਾਰ ਤੇ ਸਿੱਖਿਆ ਦੇਣੀ ਚਾਹੁੰਦੀ ਆ, ਫਿਰ ਤਾਂ ਨਵੀਆਂ ਪੋਸਟਾਂ ਕ੍ਰੀਏਟ ਕਰਨ ਦੀ ਲੋੜ ਆ। ਫਿਰ ਤਾਂ ਇੱਥੇ 5 ਅਧਿਆਪਕ ਉਹਦੇ ਲੋੜ ਆ। ਇਹ ਤਾਂ ਕੁਝ ਵੀ ਨਹੀਂ ਹੈਗਾ ਜੀ। ਦੇਖੋ, ਇੱਕ ਐਗਜ਼ਾਮਪਲ ਆ, ਚੰਡੀਗੜ੍ਹ ਤੋਂ ਇੱਥੋਂ ਬੱਸ ਚੱਲਦੀ ਸਵੇਰੇ 5 ਵਜੇ, ਕੋਈ ਕਿਸੇ ਵੀ ਸਟੇਸ਼ਨ ਤੇ, ਚਾਹੇ ਫਰੀਦਕੋਟ ਕਿਤੇ, ਬੱਸ ਪਹਿਲਾਂ ਇਸ ਸ਼ਰਤ ਤੇ ਤਾਂ ਨਹੀਂ ਸਰਕਾਰ ਚਲਾਉਂਦੀ ਕਿ ਚੰਡੀਗੜ੍ਹ 50 ਸਵਾਰੀਆਂ ਹੋਣਗੀਆਂ ਫਿਰ ਚੱਲਣੀਆਂ।
ਉਹ ਤਾਂ ਮਤਲਬ ਸਰਕਾਰ ਦੀ ਡਿਊਟੀ ਆ ਕਿ ਜਿਨ੍ਹਾਂ ਲੋਕਾਂ ਨੇ ਜਾਣਾ ਉਹਨਾਂ ਨੂੰ ਸਰਕਾਰ ਦੀ ਜ਼ਿੰਮੇਵਾਰੀ ਆ ਉਹਨਾਂ ਨੂੰ ਉਹ ਫੈਸਿਲਿਟੀ ਪਰ ਦੇਣੀ। ਸਰਕਾਰ ਨੇ ਬਜਟ ਵੀ ਦੇਖਣਾ ਨਾ। ਨਹੀਂ, ਸਰਕਾਰ ਨੇ ਬਜਟ ਅੱਜ ਤੱਕ ਜਦੋਂ ਦੀਆਂ ਸਰਕਾਰਾਂ ਹੋਂਦ ਚ ਆਈਆਂ, ਜਦੋਂ ਤੋਂ ਮਤਲਬ ਜਿਹੜੀ ਤੁਸੀਂ ਬਜਟ ਦੀ ਗੱਲ ਕਰਦੇ ਕਿ ਸਰਕਾਰਾਂ ਨੇ ਬਜਟ ਦੇਖਣਾ ਹੁੰਦਾ, ਬਜਟ ਕਦੇ ਵੀ ਕੋਈ ਦੇਸ਼, ਕਦੇ ਵੀ ਕੋਈ ਕੌਮ ਜੇ ਬਜਟ ਨੂੰ ਮਤਲਬ ਇਸ ਤਰੀਕੇ ਨਾਲ ਐਜੂਕੇਸ਼ਨ ਨਾਲ ਮੇਲ ਕੇ ਨਹੀਂ ਦੇਖਿਆ ਜਾ ਸਕਦਾ। ਤੁਸੀਂ ਇੱਕ ਗੱਲ ਕੰਪਰੋਮਾਈਜ਼ ਨਹੀਂ ਕਰ ਸਕਦੇ, ਬਿਲਕੁਲ ਨਹੀਂ। ਤੁਸੀਂ ਦੇਖੋ ਜੀ, ਇਹਦੀ ਤਾਂ ਬੜੀ ਸੌਖੀ ਐਗਜ਼ਾਮਪਲ ਆ। ਪੰਜਾਬ ਦੇ ਵਿੱਚ, ਚਾਹੇ ਪੂਰੇ ਭਾਰਤ ਦੇ ਵਿੱਚ, ਦੁਨੀਆ ਦੇ ਵਿੱਚ, ਤੁਸੀਂ ਪੰਜਾਬ 'ਚ ਉਹ ਵਿਚਾਰਾ ਜਿਹੜਾ ਬਹੁਤ ਜ਼ਿਆਦਾ, ਜਿਹਦੀ ਰੋਜੀ ਰੋਟੀ ਹਰ ਰੋਜ਼ ਦੀ ਮਜਬੂਰੀ ਦੇ ਨਾਲ ਉਹਨੂੰ ਢਿੱਡ ਭਰਨ ਦੀ ਰੋਟੀ ਮਿਲਦੀ ਆ, ਉਹ ਬੰਦੇ ਦੀ ਵੀ ਇਹ ਆਸਤਾ ਹੁੰਦੀ ਆ, ਉਹ ਵੀ ਯਤਨ ਇਹ ਕਰਦਾ ਕਿ ਮੇਰੇ ਬੱਚੇ ਨੂੰ ਜੇ ਸਕੂਲ 'ਚ ਪੈਨਸਲ ਦੀ ਲੋੜ ਆ ਜਾਂ ਉਹਨੂੰ ਕਿਸੇ ਵੀ ਤਰ੍ਹਾਂ ਦੇ ਟੂਲ ਦੇ, ਕਾਪੀ ਪੈਨ ਦੀ ਜ਼ਰੂਰਤ ਆ, ਤਾਂ ਉਹ ਕਿਸੇ ਹੱਦ ਤੱਕ ਆਪਣੀ ਬਾਕੀ ਜ਼ਰੂਰਤਾਂ ਨੂੰ ਪਿੱਛੇ ਧੱਕ ਕੇ ਉਹ ਆਪਣੇ ਬੱਚੇ ਦੀ ਜ਼ਰੂਰਤ ਨੂੰ ਪੂਰੀ ਕਰਨਾ ਚਾਹੁੰਦਾ ਤਾਂ ਕਿ ਬੱਚਾ ਜਿਹੜਾ ਉਹਦਾ ਸਿੱਖਿਅਤ ਹੋ ਸਕੇ। ਇਸ ਕਰਕੇ ਸਰਕਾਰ ਦੀ ਫਸਟ ਪ੍ਰਾਇੋਰਟੀ ਐਜੂਕੇਸ਼ਨ ਹੋਣੀ ਚਾਹੀਦੀ ਆ। ਉਹਦੇ ਵਾਸਤੇ ਹਰ ਵਾਰੀ ਇਹ ਆਪਣੀ ਪਲਾਨ ਕਰਦੇ ਕਿ ਅਸੀਂ 6% ਜਿਹੜਾ ਖਰਚ ਕਰਨਾ ਹੈ, ਕਦੇ 10% ਖਰਚ ਕਰਨਾ ਹੈ, ਪਰ ਹੁਣ ਤੱਕ ਵਾਪਰਦਾ ਕੀ ਹੈ ਜੀ, ਕਦੇ 2%, ਕਦੇ 1.5%, ਕਦੇ ਮਤਲਬ 1%, ਇਸ ਤਰ੍ਹਾਂ ਦੀਆਂ ਪੋਜੀਸ਼ਨਾਂ ਲੈ ਕੇ ਸਰਕਾਰ ਖਰਚਾ ਕਰਦੀ ਰਹੀ ਆ। ਉਹਦੇ ਆਧਾਰ ਦੇ ਉੱਤੇ ਫਿਰ ਐਜੂਕੇਸ਼ਨ ਦੇ ਉੱਤੇ ਜੇ ਬਜਟ ਨੂੰ ਇਸ ਤਰੀਕੇ ਦੇ ਨਾਲ ਦੇਖਣਾ ਕਿ ਇੱਥੋਂ ਇਨਕਮ ਕੀ ਆ, ਇੱਥੋਂ ਇਨਕਮ ਸਭ ਤੋਂ ਵੱਡੀ ਇਨਕਮ ਆ। ਇੱਕ ਪਾਸੇ ਹੁਣ ਤੁਸੀਂ ਦੇਖੋ ਵੀ ਫਿਨਲੈਂਡ ਵਰਗੇ ਦੇਸ਼ ਜਿੱਥੇ ਸਾਰੀ ਐਜੂਕੇਸ਼ਨ ਇੱਕੋ ਉਹਦੇ ਸਰਕਾਰ ਦੇ ਪ੍ਰੀਵਿਊ 'ਚ ਆ, ਔਰ ਉੱਥੋਂ ਦਾ ਮਾਡਲ ਦੇਖੋ ਤੁਸੀਂ। ਲੋੜ ਤਾਂ ਇਹ ਹੈਗੀ ਆ ਕਿ ਜੇ ਲੋਕਾਂ ਨੂੰ ਤੁਸੀਂ ਬੈਟਰ ਐਜੂਕੇਸ਼ਨ ਦੇਣੀ ਆ, ਚਾਹੇ ਹੈਲਥ ਸਿਸਟਮ ਦੇਣਾ ਹੈ, ਉਹ ਸਰਕਾਰ ਹੀ ਬੈਟਰ ਦੇ ਸਕਦੀ ਆ। ਕਿਉਂਕਿ ਨਹੀਂ ਤਾਂ ਵਾਪਰੇ ਇਹ ਹੈ ਵੀ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਮਤਲਬ ਸਰਕਾਰ ਆਜ਼ਾਦੀ ਤੋਂ ਬਾਅਦ ਇਹ ਸੀਗਾ ਕਿ ਤੁਸੀਂ ਦੇਖੋ ਕੁਝ ਸਕੂਲ ਸੀਗੇ ਜਿਹੜੇ DAV ਸਕੂਲ ਤੇ ਜਾਂ ਜਿਹੜੇ ਕੁਝ ਖਾਲਸਾ ਸਕੂਲ ਸੀ, ਉਹ ਮਿਸ਼ਨਰੀ ਭਾਵਨਾ ਦੇ ਨਾਲ ਕੰਮ ਕਰਦੇ ਸੀ ਐਜੂਕੇਸ਼ਨ 'ਚ। ਪਰ ਪਿਛਲੇ ਸਮੇਂ ਤੋਂ ਜਿਹੜਾ ਕੁਝ ਵਾਪਰਿਆ ਉਹਦੀ ਉਲਟ ਦਿਸ਼ਾ 'ਚ ਜਾ ਕੇ ਉਹ ਤਾਂ ਇੱਕ ਮਤਲਬ ਪੂੰਜੀਪਤੀ ਐਜੂਕੇਸ਼ਨ ਦੇ ਵਿੱਚ ਇੱਕ ਮਾਫੀਆ ਜਿਹੜਾ ਆਇਆ, ਵਪਾਰ ਬਣ ਗਿਆ। ਪਰ ਦੇਖੋ ਜਿਵੇਂ ਹੁਣ ਤੱਕ ਗੱਲ ਚੱਲੀ ਹੈ ਵਿਕਰਮ ਜੀ, ਤੁਸੀਂ ਤੇ ਚਾਹਲ ਸਾਹਿਬ, ਤੁਹਾਨੂੰ ਲੱਗਦਾ ਵੀ ਦਿੱਲੀ ਮਾਡਲ ਜਿਹੜਾ ਫਿੱਟ ਨਹੀਂ ਗਾ, ਤੇ ਲੱਗਦਾ ਤੇ ਵੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਤਕਰੀਬਨ ਇਹ ਫੈਸਲਾ ਲੈ ਹੀ ਲਿਆ ਵੀ ਦਿੱਲੀ ਮਾਡਲ ਲਾਗੂ ਕਰਨਾ। ਫਿਰ ਕਿਵੇਂ ਚੱਲੂ ਇਹ ਸਾਰਾ ਕੁਝ? ਦੇਖੋ, ਪਹਿਲੀ ਗੱਲ ਤਾਂ ਦਿੱਲੀ ਮਾਡਲ ਆਪਣੇ ਆਪ ਦੇ ਵਿੱਚ ਕੋਈ ਸਰਬ ਪ੍ਰਮਾਣਿਤ ਮਾਡਲ ਨਹੀਂ ਹੈਗਾ ਕਿ ਕਿਸੇ ਸਿੱਖਿਆ ਸ਼ਾਸਤਰੀਆਂ ਨੇ ਤਿਆਰ ਕੀਤਾ ਹੋਵੇ। ਉਹ ਉੱਥੋਂ ਦੀ ਇੱਕ ਸਰਕਾਰ, ਕੇਜਰੀਵਾਲ ਸੈਂਟਰਡ ਮਾਡਲ ਆ, ਰਿਪੀਟ ਕੀਤੀ ਸਰਕਾਰ। ਹਾਂ, ਕੇਜਰੀਵਾਲ ਸੈਂਟਰਡ ਮਾਡਲ ਆ। ਤੇ ਮੈਂ ਉਹਦੀ ਇੱਕ ਤੁਹਾਨੂੰ ਧਿਆਨ 'ਚ ਲਿਆਉਣਾ ਕਿ ਇੰਡੀਅਨ ਐਕਸਪ੍ਰੈਸ ਦੀ ਇੱਕ ਨਿਊਜ਼ ਆ, ਤੇ ਜਿਸ ਦੇ ਵਿੱਚ ਉਹਨਾਂ ਨੇ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਇਹਦਾ ਹਵਾਲਾ ਦਿੱਤਾ। ਉਸ ਦੇ ਅਨੁਸਾਰ ਕਿ ਉੱਥੇ ਦੇ 1027 ਜਿਹੜੇ ਗਵਰਨਮੈਂਟ ਸਕੂਲਸ ਨੇ, ਹਾਈ ਤੇ ਸੀਨੀਅਰ ਸੈਕੰਡਰੀ, ਉਹਨਾਂ ਦੇ ਵਿੱਚ ਸਿਰਫ 203 ਸਕੂਲਾਂ ਦੇ ਵਿੱਚ ਪਰਮਾਨੈਂਟ ਹੈਡਸ ਨੇ, ਬਾਕੀ ਸਾਰੇ ਸਕੂਲ ਹੈਡਸ ਤੋਂ ਬਿਨਾਂ ਨੇ। ਹੈਡਸ ਤੋਂ ਬਿਨਾਂ ਨੇ ਕਿ ਆਰਜੀ ਨੇ? ਮਤਲਬ ਸਿਰਫ 203 ਦੇ ਵਿੱਚ ਪਰਮਾਨੈਂਟ ਸਕੂਲ ਹੈਡਸ ਨੇ, ਬਾਕੀ ਨੇ ਜਿਹੜੇ ਉਹਨਾਂ ਦੇ ਵਿੱਚ ਕੋਈ ਸਕੂਲ ਹੈਡ ਨਹੀਂ ਹੈਗਾ, ਪੋਸਟਾਂ ਖਾਲੀ ਨੇ। ਪਰ ਇਹਦੇ ਬਾਵਜੂਦ ਬਹੁਤ ਬੈਟਰ ਪਰਫਾਰਮੈਂਸ। ਦੇਖੋ 20,000 ਗੈਸਟ ਫੈਕਲਟੀ ਨੇ, ਕੱਚੇ ਉੱਥੋਂ ਦੇ ਅਧਿਆਪਕ ਨੇ, ਇੱਥੇ ਕੱਚੇ ਅਧਿਆਪਕਾਂ ਦੇ ਧਰਨੇ ਦੇ ਵਿੱਚ ਉਹ ਆਉਂਦੇ ਨੇ, ਪਰ ਉਹ 20,000 ਕੱਚੇ ਅਧਿਆਪਕ ਜਿਹੜੇ ਉੱਥੋਂ ਦੇ ਗੈਸਟ ਫੈਕਲਟੀ ਨੇ ਉਹਨਾਂ ਨੂੰ ਰੈਗੂਲਰ ਨਹੀਂ ਕਰਦੇ। ਅਸਲ 'ਚ ਗੱਲ ਕੀ ਆ, ਦੇਖੋ ਅਸੀਂ ਤਾਂ 5 ਸਾਲ ਤਜਰਬਾ ਕੀਤਾ। 5 ਸਾਲ ਤਜਰਬੇ 'ਚ ਕੀ ਦੇਖਿਆ ਕੈਪਟਨ ਅਮਰਿੰਦਰ ਸਿੰਘ ਜੀ ਵੇਲੇ ਕਿ ਕੁਝ ਸਕੂਲਾਂ ਨੂੰ ਤੁਸੀਂ ਰੰਗ ਰੋਗਨ ਕਰਕੇ ਚਮਕਾ ਦਿਓ, ਕੁਝ ਸਕੂਲਾਂ ਦੇ ਵਿੱਚ ਸਟਾਫ ਪੂਰਾ ਕਰ ਦਿਓ ਜਿਹੜੇ ਸ਼ਹਿਰਾਂ ਦੇ ਵਿੱਚ ਨੇ, ਬਾਕੀ ਨੇ ਜਿਹੜੇ ਕੋਈ ਕੰਡੀ ਬੇਟ ਏਰੀਆ ਦੇ ਵਿੱਚ ਨੇ, ਬਾਰਡਰ ਏਰੀਆ ਦੇ ਵਿੱਚ ਨੇ, ਪਿੰਡ ਦੇ ਵਿੱਚ ਨੇ, ਉੱਥੇ ਤੁਸੀਂ ਸਟਾਫ ਭਰਤੀ ਨਾ ਕਰੋ, ਉੱਥੇ ਸਟਾਫ ਨਾ ਹੋਵੇ। ਇਹੀ ਹਾਲ ਦਿੱਲੀ ਦੇ ਵਿੱਚ ਆ। ਉੱਥੋਂ ਦੇ ਜਿੰਨੇ ਸਕੂਲ ਨੇ, ਪਹਿਲੀ ਗੱਲ ਤਾਂ ਸਾਰੇ ਸਕੂਲ ਉਹਨਾਂ ਨੇ ਰੰਗ ਰੋਗਨ ਵੀ ਨਹੀਂ ਕੀਤਾ। ਆ ਤੁਹਾਡੇ ਸਾਹਮਣੇ ਜਿਹੜਾ ਮੈਂ ਡਾਟਾ ਪੇਸ਼ ਕੀਤਾ ਕਿ ਕੁਝ ਸਕੂਲਾਂ ਨੂੰ ਚਮਕਾ ਕੇ ਪੇਸ਼ ਕਰਨਾ। ਹੁਣ ਵੀ ਜਿਹੜਾ ਉਹ ਲੈ ਕੇ ਆਏ ਨੇ ਕਿ ਅਸੀਂ ਹਰੇਕ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਸਕੂਲ ਵਧੀਆ ਬਣਾਵਾਂਗੇ। ਇਹਦਾ ਮਤਲਬ ਕਿ ਅਸੀਂ ਇੱਕ ਨਵਾਂ ਪਾੜਾ ਪੈਦਾ ਕਰ ਰਹੇ ਹਾਂ। ਪਹਿਲਾਂ ਹੀ ਇੱਕ ਪਾੜਾ ਕਿ ਇੱਕ ਸਰਕਾਰੀ ਸਕੂਲ ਜਿਹਦੀਆਂ ਕੰਧਾਂ ਟੱਠੀਆਂ ਹੁੰਦੀਆਂ ਨੇ, ਜਿਹਦੇ 'ਚ ਅਧਿਆਪਕ ਨਹੀਂ ਹੁੰਦਾ। ਜੇ ਅਧਿਆਪਕ ਹੁੰਦਾ ਤਾਂ ਉਹ ਸ਼ਰਾਬ ਦੀਆਂ ਫੈਕਟਰੀਆਂ ਦੇ ਅੱਗੇ ਡਿਊਟੀ ਦੇ ਰਿਹਾ ਹੁੰਦਾ, ਮਾਈਨਿੰਗ ਤੇ ਡਿਊਟੀ ਲਗਾ ਦਿੱਤੀ ਜਾਂਦੀ ਆ, ਵੋਟਾਂ ਬਣਾਉਣ ਤੇ ਡਿਊਟੀ ਲਗਾ ਦਿੱਤੀ ਜਾਂਦੀ ਆ। ਇੱਕ ਸਕੂਲ ਪ੍ਰਾਈਵੇਟ ਸਕੂਲ ਜਿਨ੍ਹਾਂ ਦੇ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਦਿੱਤਾ ਜਾਂਦਾ। ਇਹਦਾ ਮਤਲਬ ਹੁਣ ਸਰਕਾਰੀ 'ਚ ਵੀ ਇੱਕ ਨਵੀਂ ਕੈਟਾਗਰੀ ਲੈ ਕੇ ਆ ਰਹੇ ਆ ਕਿ 117 ਹਲਕਿਆਂ ਦੇ ਵਿੱਚ ਇੱਕ ਸਕੂਲ ਇਹੋ ਜਿਹਾ ਹੋਊਗਾ ਜਿਹੜਾ ਸਰਕਾਰੀ ਦੇ ਵਿੱਚ ਵੀ ਵਧੀਆ ਬਣਾ ਦਿੱਤਾ ਜਾਊਗਾ। ਬਾਕੀ ਜਿਹੜੇ ਲਗਭਗ 95% ਸਰਕਾਰੀ ਸਕੂਲ ਨੇ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਜਾਊਗਾ। ਇਸ ਕਰਕੇ ਸਾਨੂੰ ਲੱਗਦਾ ਵੀ ਦਿੱਲੀ ਮਾਡਲ ਦਾਨ ਦੀ ਕੋਈ ਚੀਜ਼ ਨਹੀਂ ਹੈਗੀ। ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨੇ ਚੰਗੇ ਸੁਝਾਅ ਦਿੱਤੇ ਨੇ ਸਿੱਖਿਆ ਮੰਤਰੀ ਜੀ ਨੂੰ, ਤੇ ਉਹ ਸੁਝਾਅ ਲੈਣੇ ਚਾਹੀਦੇ ਨੇ। ਇਸ ਤੋਂ ਬਿਨਾਂ ਹੋਰ ਵੀ ਜਿੰਨੇ ਲੋਕ ਪੱਖੀ ਕੋਈ ਚਿੰਤਕ ਹੈਗੇ ਨੇ
ਉਹਨਾਂ ਦੇ ਸੁਝਾਅ ਲੈਣੇ ਚਾਹੀਦੇ ਨੇ। ਹਾਂ, ਕੁਝ ਚਿੰਤਕਾਂ ਦਾ ਮੈਂ ਜ਼ਰੂਰ ਜ਼ਿਕਰ ਕਰੂੰਗਾ ਕਿ ਜਿਹੜੇ ਉਹ ਪੰਜਾਬ ਦੀ ਸਿੱਖਿਆ ਦੇ ਵਿੱਚ ਜੇ ਕਿਤੇ ਨਿਘਾਰ ਆ, ਉਹ ਸਾਰੇ ਨਿਘਾਰ ਲਈ ਅਧਿਆਪਕਾਂ ਨੂੰ ਜ਼ਿੰਮੇਵਾਰ ਬਣਾ ਦਿੰਦੇ ਨੇ। ਸਾਨੂੰ ਲੱਗਦਾ ਵੀ ਦੇਖੋ, ਅਧਿਆਪਕ ਜਥੇਬੰਦੀਆਂ ਨੂੰ ਸਾਰਿਆਂ ਨੂੰ ਇੱਕ ਰੱਸੇ ਨਹੀਂ ਬੰਨਣਾ ਚਾਹੀਦਾ। ਅਸੀਂ ਬੈਠੇ ਹਾਂ ਇੱਥੇ ਸਾਂਝਾ ਅਧਿਆਪਕ ਮੋਰਚਾ, ਤੇ ਸਾਡੀ ਪ੍ਰਮੁੱਖਤਾ ਸਿੱਖਿਆ ਤੇ ਵਿਦਿਆਰਥੀ ਆ। ਨੰਬਰ 2 ਤੇ ਅਧਿਆਪਕ ਨੇ। ਅਸੀਂ ਜਦੋਂ ਸਾਂਝਾ ਅਧਿਆਪਕ ਮੋਰਚਾ ਚਲਾਉਂਦੇ ਆ, ਉਸ 'ਚ ਲੜਦੇ ਆ, ਤਾਂ ਅਸੀਂ ਜਦੋਂ 800 ਸਕੂਲ ਪ੍ਰਾਇਮਰੀ ਬੰਦ ਕੀਤੇ 2018 ਦੇ ਮੁੱਢ ਦੇ ਵਿੱਚ, ਤਾਂ ਸਾਂਝੇ ਅਧਿਆਪਕ ਮੋਰਚੇ ਨੇ ਇਸੇ ਸ਼ਹਿਰ ਦੇ ਵਿੱਚ, ਮੋਹਾਲੀ ਦੇ ਵਿੱਚ, ਇੱਕ ਰੈਲੀ ਉਹ ਸਕੂਲ ਬੰਦ ਕਰਵਾਉਣ ਦੇ ਖਿਲਾਫ ਕੀਤੀ, ਜਿਸ ਤੋਂ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣਾ ਪਿਆ। ਇਸ ਕਰਕੇ ਸਾਨੂੰ ਲੱਗਦਾ ਵੀ ਪੰਜਾਬ ਦਾ ਆਪਣਾ ਸੱਭਿਆਚਾਰ ਆ, ਬੋਲੀ ਆ। ਫਿਰ ਇਹ ਤੇ ਲੱਗਦਾ ਹੈ ਵੀ ਹੁਣ 7 ਮਈ ਨੂੰ ਸ਼ਾਇਦ ਭਗਵੰਤ ਸਿੰਘ ਮਾਨ ਤੇ ਮੀਤ ਹੇਰ ਹੋਣੀ ਜਿਹੜੇ ਨੇ ਉਹ ਪ੍ਰਿੰਸੀਪਲਾਂ, ਸਕੂਲ ਮੁਖੀਆਂ ਨਾਲ ਮੀਟਿੰਗ ਵੀ ਕਰ ਰਹੇ ਨੇ, ਤੇ ਇਹ ਤੇ ਲੱਗ ਰਿਹਾ ਵੀ ਸ਼ਾਇਦ ਦਿੱਲੀ ਮਾਡਲ ਜਿਹੜਾ ਲਾਗੂ ਹੋ ਰਿਹਾ, ਇਹਦਾ ਮਤਲਬ ਫਿਰ ਤੁਹਾਨੂੰ ਨਾਅਰੇਬਾਜ਼ੀ ਕਰਨੀ ਪਊਗੀ, ਸੰਘਰਸ਼ ਦੇ ਰਾਹ ਪੈਣਾ ਪਊਗਾ। ਇਹ ਸਾਨੂੰ ਨਾਅਰੇਬਾਜ਼ੀ ਦੀ ਤਾਂ ਗੱਲ ਬਾਅਦ ਦੀ ਹੈ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜੀ 7 ਤਰੀਕ ਨੂੰ ਉਹਨਾਂ ਨੇ ਮੀਟਿੰਗ ਕਰਨੀ ਹੈ, ਕਰਨ ਮੀਟਿੰਗ, ਕੋਈ ਗੱਲ ਨਹੀਂ, ਪਰ ਮੀਟਿੰਗ ਦਾ ਏਜੰਡਾ ਕੀ ਹੈ ਜੀ? ਇਹ ਕਦੇ ਵੀ ਇਹ ਨਹੀਂ ਹੋ ਸਕਦਾ ਵੀ ਜਿਵੇਂ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਸਰਕਾਰ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਾਉਂਦੀ ਆ। ਅਸੀਂ ਇਹਨਾਂ ਨੂੰ ਅੱਜ ਵੀ ਇਹ ਅਪੀਲ ਕਰਦੇ ਹਾਂ ਕਿ ਜਿਸ ਨਾਅਰੇ ਦੇ ਤਹਿਤ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ, ਜੋ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ, ਉਹਦੇ ਰਾਹੀਂ ਕੰਮ ਕਰਨਾ। ਤੁਸੀਂ ਦੇਖੋ ਵੀ ਅੱਜ ਇਹਨਾਂ ਨੇ ਥਾਂ ਦੇ ਉੱਤੇ ਬੋਰਡ, ਬੜੇ ਫਲੈਕਸ ਲਾਤੇ, ਜਿਹਦੇ ਤੇ ਭਗਵੰਤ ਮਾਨ ਜੀ ਦੀ ਫੋਟੋ ਹੈਗੀ ਆ ਤੇ ਨਾਲ ਸਾਡੇ ਐਜੂਕੇਸ਼ਨ ਮਿਨਿਸਟਰ ਦੀ ਆ। ਇਹ ਬੋਰਡਾਂ ਦੇ ਰਾਹੀਂ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਆ ਵੀ ਅਸੀਂ ਮਤਲਬ ਜੜ ਤੋਂ ਮਤਲਬ ਤੁਰੇ ਹੋਏ ਆ, ਉਹਦੇ ਤੇ ਇੰਨੇ ਪੈਸੇ ਖਰਚ ਕਰਨ ਦੀ ਬਜਾਏ ਜਿਨ੍ਹਾਂ ਦਾ ਲਗਾਤਾਰ 18 ਸਾਲਾਂ ਤੋਂ ਸ਼ੋਸ਼ਣ ਹੋ ਰਿਹਾ ਹੈ, ਉਹਨਾਂ ਦੇ ਰੁਜ਼ਗਾਰ ਨੂੰ ਪੱਕਿਆਂ ਕਰਨ ਦੀ ਗੱਲ ਹੈ, ਤਾਂ ਕਿ ਬੱਚੇ ਨੂੰ ਅਸਲੀ ਸਿੱਖਿਆ ਦਿੱਤੀ ਜਾ ਸਕੇ। ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਵੋਟਾਂ ਇਸ ਕਰਕੇ ਵੀ ਪਾਈਆਂ ਹੈ ਵੀ ਸਾਡਾ ਜਿਹੜੇ ਸਾਡੇ ਧੀ ਪੁੱਤ ਵਿਦੇਸ਼ਾਂ 'ਚ ਜਾ ਕੇ ਰੁਲਦੇ ਆ, ਉਹਨਾਂ ਨੂੰ ਪੰਜਾਬ ਦੇ ਵਿੱਚ ਰੁਜ਼ਗਾਰ ਮਿਲ ਸਕੇ। ਉਹਨਾਂ ਦੀ ਨਿੱਤ ਜੇ ਉਸੇ ਸਰਕਾਰ ਦੀ ਤਰ੍ਹਾਂ ਲੋੜ, ਤਾਂ ਅਸੀਂ ਤਾਂ ਵੈਸੇ ਬੜਾ ਦੁੱਖ ਆ, ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਸਰਕਾਰ ਅੱਜ ਮੌਜੂਦਾ ਦੌਰ ਦੇ ਵਿੱਚ ਕੰਮ ਕਰਦੀ ਆ, ਉਸ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਕਿ ਇਹ ਜਿਹੜੇ ਪਹਿਲੇ ਇਹ ਸੁਣਦੇ ਨਹੀਂ। ਅੱਜ ਇਹਨਾਂ ਦੇ ਘਰਾਂ ਦੇ ਅੱਗੇ ਨਹੀਂ ਬੈਰੀਕੇਡਿੰਗ ਕਰਨ ਦੀ ਜ਼ਰੂਰਤ ਨਹੀਂ, ਇਹਨਾਂ ਨੂੰ ਦਰਿਆ ਦਿਲ ਦਿਖਾਉਣਾ ਚਾਹੀਦਾ, ਗੱਲ ਸੁਣਨੀ ਚਾਹੀਦੀ ਆ, ਗੱਲ ਸੁਣ ਕੇ ਉਹਦਾ ਹੱਲ ਕੱਢਣਾ ਚਾਹੀਦਾ ਤੁਰੰਤ। 2 ਮਹੀਨੇ ਦਾ ਸਮਾਂ ਲੰਘ ਜਾਣਾ, ਇਹ ਲੋਕਾਂ ਦੇ ਚਿੰਤਾ। ਮੈਂ ਲੱਗਦਾ ਨਹੀਂ ਵੀ ਜਦੋਂ ਮੈਨੂੰ ਯਾਦ ਹੈ ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲ ਕੀਤੀ ਵੀ ਉਹ ਧਰਨੇ 'ਚ ਆਏ ਸੀ, ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਵੀ ਆਏ ਸੀ, ਔਰ ਉਹਨਾਂ ਨੇ ਕਿਹਾ ਕਮਾਲ ਹੈ ਯਾਰ, ਮੇਰਾ ਮਾਲੀ ਵੀ ਵੱਧ ਤਨਖਾਹ ਲੈਂਦਾ। ਇਹ ਤੇ ਇਲੈਕਸ਼ਨ ਦੀਆਂ ਗੱਲਾਂ ਨੇ, ਪਰ ਜਦੋਂ ਕੋਈ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਦਾ, ਜਦੋਂ ਹਰਪਾਲ ਚੀਮੇ ਹੋਣੀ ਖੁਦ ਖਜ਼ਾਨਾ ਮੰਤਰੀ ਬਣ ਗਏ, ਲੱਗਦਾ ਨਹੀਂ ਵੀ ਅੱਖਾਂ ਤੇ ਫਿਰ ਉਦੋਂ ਖੁੱਲਦੀਆਂ ਨੇ ਵੀ ਕਿੰਨੇ ਦਮੜੇ ਆ, ਤੇ ਉਹ ਵੰਡਣੇ ਕਿੰਨੇ, ਜਿੰਨੇ ਹੋਣਗੇ ਉਨੇ ਵੰਡਣੇ ਨਾ। ਜੇ ਕੀ ਕਰ ਸਕਦੀ ਸਰਕਾਰ? ਜੇ ਸਰਕਾਰ ਕਰ ਸਕਦੀ ਜੀ, ਸਰਕਾਰ ਨੇ ਜੇ ਪੂੰਜੀ ਦਾ ਜੇ ਫਲਾਈ ਨਹੀਂ ਕਰਨਾ, ਜੇ ਉਹਨੂੰ ਪੂੰਜੀ ਨੂੰ ਇਕੱਠੀ ਕਰਕੇ ਪੂੰਜੀਪਤੀਆਂ ਦੇ, ਕਾਰਪੋਰੇਟਾਂ ਦੇ ਮਤਲਬ ਭੜੋਲਿਆਂ ਦੇ ਵਿੱਚੇ ਪਾਉਣੀ ਆ, ਫਿਰ ਲੋਕਾਂ ਦਾ ਮੂਰਖ ਬਣਾਉਣ ਵਾਸਤੇ ਜਿਹੜਾ ਕੁਝ ਕੀਤਾ, ਉਹਦੇ ਲਈ ਨਾਲ ਇਹ ਵੀ ਸਵਾਲ ਆ, ਇਹਨਾਂ ਦੇ ਲਈ ਤਾਂ ਖਾਸ ਕਰਕੇ ਸੋਚਣ ਵਾਲੀ ਗੱਲ ਆ। ਜੇ 70 ਸਾਲਾਂ 'ਚ ਜਿਹੜੀਆਂ 2 ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਪੰਜਾਬ 'ਚ ਰਾਜ ਕੀਤਾ, ਉਹਨਾਂ ਦੇ ਉਹ ਦਿਗਜ਼ ਪੰਜਾਬ ਦੇ ਲੋਕਾਂ ਨੇ ਉਹ ਹਰਾਤੇ ਜਿਹੜਿਆਂ ਦੇ ਉੱਤੇ ਉਹਨਾਂ ਨੂੰ ਐਂ ਲੱਗਦਾ ਸੀ ਵੀ ਅਸੀਂ ਕਦੇ ਹਾਰੇ ਨਹੀਂ ਸਕਦੇ ਪੰਜਾਬ ਦੇ ਵਿੱਚੋਂ। ਜੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਦੁੱਖ ਦਰਦਾਂ ਨੂੰ ਸੁਣਿਆ ਨਹੀਂ, ਪੰਜਾਬ ਦੀ ਜਮਹੂਰੀਅਤ ਦੇ ਆਧਾਰ ਦੇ ਉੱਤੇ, ਇਹ ਕੋਈ ਮਾਹੌਲ ਇੱਕ ਦਿਨ 'ਚ ਤਾਂ ਤਿਆਰ ਨਹੀਂ ਹੋਇਆ ਜੀ। ਔਰ ਖਾਸ ਕਰਕੇ ਅਸੀਂ ਦਾਅਵੇ ਨਾਲ ਕਹਿੰਦੇ ਆ ਵੀ 17 ਤੋਂ ਲੈ ਕੇ ਇਹ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹ ਨਹੀਂ ਹੈਗਾ ਕਿ ਇੱਕ ਦਿਨ 'ਚ ਮਾਹੌਲ ਤਿਆਰ ਹੋ ਗਿਆ। ਜਦੋਂ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਦਾ ਹਰ ਰੋਜ਼ ਕਟਾਪਾ, ਕਦੇ ਪਟਿਆਲੇ, ਕਦੇ ਮਰੰਡੇ, ਜਿੱਥੇ ਥਾਂ ਤੇ ਪੂਰੇ ਪੰਜਾਬ ਦੇ ਵਿੱਚ, ਚੰਡੀਗੜ੍ਹ ਵਗੈਰਾ ਹੁੰਦਾ ਰਿਹਾ, ਜੇ ਪੰਜਾਬ ਦੇ ਕਿਸੇ ਹੋਰ ਲੋਕਾਂ ਨੇ ਰੁਜ਼ਗਾਰ ਮੰਗਿਆ, ਉੱਥੇ ਥਾਂ ਤੇ ਕਟਾਪਾ ਹੁੰਦਾ ਰਿਹਾ, ਤਾਂ ਪੰਜਾਬ ਦੀ ਕਿਸਾਨੀ ਦੇ ਨਾਲ ਜੋ ਕੁਝ ਵਾਪਰਦਾ ਰਿਹਾ, ਇਹ ਸਾਰਾ ਵਰਤਾਰਾ ਜਿਹੜਾ ਇੱਕ ਦਿਨ 'ਚ ਨਹੀਂ ਤਿਆਰ ਹੋਇਆ। 4-4.5 ਸਾਲਾਂ 'ਚ ਇਹਦੀ ਨੀਂਹ ਆ ਜਿਹੜੀ ਰੱਖੀ ਗਈ ਸਰਕਾਰ ਦੇ ਉੱਠਿਆ। ਵਿਕਰਮ ਜੀ, ਮੈਨੂੰ ਲੱਗਦਾ ਵੀ ਜਦੋਂ ਤੁਸੀਂ ਕਿਤੇ ਹੁਣ ਐਜੀਟੇਸ਼ਨ ਕਰੋਗੇ ਤੇ ਤੁਹਾਡੇ ਲਈ ਕੰਮ ਬੜਾ ਔਖਾ ਨਹੀਂ ਹੋ ਜਾਊਗਾ, ਕਿਉਂਕਿ ਪੰਜਾਬ ਦੇ ਲੋਕ ਕਹਿਣਗੇ ਯਾਰ 92 ਵਿਧਾਇਕ ਦੇ ਦਿੱਤੇ, ਅਸੀਂ ਇਹਨਾਂ ਨੂੰ ਇਹ ਸਾਰੀ ਕਿਸਮਤ ਦੀ ਪੁੜੀ ਇਹਨਾਂ ਦੇ ਹੱਥ 'ਚ ਆਪਣੀ ਫੜਾ ਦਿੱਤੀ ਹੈ, ਤੇ ਇਹ ਯੂਨੀਅਨ ਵਾਲੇ ਤੇ ਐਵੇਂ ਰੌਲਾ ਪਾਉਂਦੇ ਕਿ ਯੂਨੀਅਨਾਂ ਬਦਨਾਮ ਜੀਆਂ ਵੀ ਨੇ ਵੀ ਇਹ ਤਾਂ ਨਾਅਰੇ ਲਾਉਣ ਲਈ ਨੇ, ਲੀਡਰ ਜਿਹੜੇ ਨੇ ਇਹਨਾਂ ਦਾ ਕੰਮ ਹੀ ਨਾਅਰੇ ਲਾਉਣਾ। ਉਹ ਜਿਹੜੀ ਇੱਕ ਮਿੱਥ ਆਊਗੀ ਉਹਨੂੰ ਕਿਵੇਂ ਤੋੜੋਗੇ? ਦੇਖੋ, ਪਹਿਲੀ ਗੱਲ ਤਾਂ ਅਸੀਂ ਖੁਦ ਸਰਕਾਰ ਨੂੰ ਸਮਾਂ ਦਿੱਤਾ, ਮੀਟਿੰਗ ਵੀ ਕੀਤੀ, ਉਸ ਦੇ ਵਿੱਚ ਵੀ ਉਹਨਾਂ ਨੂੰ ਸਮਾਂ ਦਿੱਤਾ। ਮੀਟਿੰਗ 'ਚ ਵੈਸੇ ਥੋੜਾ ਦੱਸਿਓ ਕਿਹੜੇ ਮੇਨ ਮੁੱਦੇ ਸੀ ਤੁਸੀਂ ਉਠਾਏ? ਮੇਨ ਮੁੱਦੇ ਸਾਰੇ ਅਸੀਂ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਹੋਵੇ,
ਕੇਂਦਰ ਕਿਹਾ ਦੀ ਤੁਸੀਂ ਵੀ ਜਿਹੜੀ ਦਿੱਲੀ ਬਿਲਕੁਲ ਨਹੀਂ। ਕਿਹਾ ਅਸੀਂ ਬਾਲ ਦਲੀਲ ਕਿਹਾ Okay, ਕਿ ਨਵੀਂ ਸਿੱਖਿਆ ਨੀਤੀ ਪਰ ਉਸ 2020 ਆ ਤੋਂ ਬਾਅਦ ਜਿਹੜੀ ਉਹ ਦਿੱਲੀ ਗਏ ਨੇ। ਹਾਂ ਨਵੀਂ ਸਿੱਖਿਆ ਨੀਤੀ 2020 ਆ ਜਿਹੜੀ ਕੇਂਦਰ ਸਰਕਾਰ ਦੀ, ਉਹ ਲਾਗੂ ਨਾ ਕੀਤੀ ਜਾਵੇ, ਓਕੇ, ਕਿਉਂਕਿ ਉਹ ਜਿਵੇਂ 3 ਖੇਤੀ ਕਾਨੂੰਨ ਖੇਤੀ ਦੀ ਕਿਸਾਨੀ ਦੀ ਮੌਤ ਦੀ ਗਰੰਟੀ ਸੀ, ਉਵੇਂ ਜਿਹੜੀ ਇਹ ਮੋਦੀ ਸਰਕਾਰ ਦੀ ਕੇਂਦਰੀ ਸਿੱਖਿਆ ਨੀਤੀ ਆ, ਇਹ ਜਨਤਕ ਸਿੱਖਿਆ ਦੀ ਮੌਤ ਦੀ ਗਰੰਟੀ ਆ। ਅਸੀਂ ਉਹਨਾਂ ਨੂੰ ਕਿਹਾ ਵੀ ਇਹ ਤੁਸੀਂ ਨਾ ਲਾਗੂ ਕਰੋ। ਠੀਕ ਇਸੇ ਹੈ। ਢੰਗ ਨਾਲ ਜਿੰਨੀਆਂ ਖਾਲੀ ਪੋਸਟਾਂ ਨੇ ਉਹ ਭਰੀਆਂ ਜਾਣ, ਪੁਰਾਣੇ ਇਸ਼ਤਿਹਾਰ ਪੂਰੇ ਕੀਤੇ ਜਾਣ। ਬੇਰੁਜ਼ਗਾਰਾਂ ਨੇ ਲੱਖਾਂ ਕਰੋੜਾਂ ਰੁਪਈਆ ਫੀਸਾਂ ਭਰੀਆਂ ਹੋਈਆਂ ਨੇ, ਉਹਨਾਂ ਦਾ ਹੱਕ ਬਣਦਾ ਕਿ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਤੇ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਾਣ। ਕੱਚੇ ਅਧਿਆਪਕ ਨੇ, ਕੱਚੇ ਮੁਲਾਜ਼ਮ ਨੇ, ਉਹ ਸਾਰੇ ਰੈਗੂਲਰ ਕੀਤੇ ਜਾਣ। ਇਸ ਤੋਂ ਵੀ ਵੱਡੀ ਗੱਲ ਕਿ ਲਗਭਗ 3-4 ਹਜ਼ਾਰ ਅਧਿਆਪਕ ਆ ਜਿਹੜਾ ਉਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਨਾਂ ਹੇਠ ਸਕੂਲਾਂ ਤੋਂ ਬਾਹਰ ਆ, ਉਹਨਾਂ ਨੂੰ ਪੜ੍ਹਾਉਣ ਦੇ ਕੰਮ ਲਗਾਇਆ ਜਾਵੇ। ਪਰ ਦੇਖੋ ਜਿਵੇਂ ਤੁਸੀਂ ਪੜਾਉਣਾ ਚਾਹੁੰਦੇ ਆ, ਉਹ ਪੜਾਉਣਾ ਚਾਹੁੰਦੇ ਨੇ, ਦੇਖੋ ਵੱਡਾ ਹਿੱਸਾ ਉਹਨਾਂ ਚੋਂ ਪੜਾਉਣਾ ਚਾਹੁੰਦਾ, ਇੱਕ ਹਿੱਸਾ ਜ਼ਰੂਰ ਜਿਹੜਾ ਆਪਾਂ ਕਹਿ ਦਈਏ ਕਿ ਉੱਪਰਲੇ ਪੱਧਰ ਤੇ ਹੋ ਸਕਦਾ ਉਹ ਕਿਸੇ ਹੋਰ ਸੋਚ ਦਾ ਧਾਰਨੀ ਹੋਵੇ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 7 ਮਈ ਨੂੰ ਹਜ਼ਾਰਾਂ ਪੰਜਾਬ ਦੇ ਸਕੂਲ ਮੁਖੀ, ਪ੍ਰਿੰਸੀਪਲ, ਮੁੱਖ ਅਧਿਆਪਕ ਜਾਂ ਪ੍ਰਾਇਮਰੀ ਦੇ ਵਿੱਚ ਜਿਹੜੇ ਮੁੱਖ ਅਧਿਆਪਕ ਨੇ, ਕਿੰਨੇ ਕੁ ਹੋਣਗੇ? ਇਹ ਹਜ਼ਾਰਾਂ ਦੀ ਗਿਣਤੀ 'ਚ 5-7 ਹਜ਼ਾਰ ਹੋ ਸਕਦਾ। ਉਹਨਾਂ ਨੂੰ ਇੱਕ ਥਾਂ ਤੇ ਇੱਕ ਸੱਦਿਆ ਜਾ ਰਿਹਾ ਤੇ ਉੱਥੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਸੰਬੋਧਨ ਕਰਨਗੇ। ਸਾਨੂੰ ਲੱਗਦਾ ਵੀ ਇਹ ਢੰਗ ਠੀਕ ਨਹੀਂ। ਅਸੀਂ ਉੱਥੇ ਗੱਲ ਵੀ ਕੀਤੀ ਸੀ ਕਿ ਇੱਥੇ ਕੇਂਦਰੀਕਰਨ ਦੀ ਨੀਤੀ ਨਹੀਂ ਆਪਾਂ ਨੂੰ ਲਾਗੂ ਕਰਨੀ ਚਾਹੀਦੀ। ਪੰਜਾਬ ਦਾ ਇੱਕ ਸੰਵਿਧਾਨਕ ਢਾਂਚਾ, DPIs ਨੇ, ਜ਼ਿਲ੍ਹਾ ਸਿੱਖਿਆ ਅਫਸਰ ਨੇ, ਅੱਗੇ ਹੈਡਸ ਨੇ। ਤੁਸੀਂ ਹਜ਼ਾਰਾਂ ਸਕੂਲ ਮੁਖੀਆਂ ਨੂੰ ਉੱਥੇ ਬੁਲਾ ਕੇ ਖੱਜਲ ਖੁਆਰੀ ਕਰਨ ਦੀ ਥਾਂ ਉੱਥੇ ਕੋਈ ਦੋਨੇ ਪਾਸਿਓਂ ਇੰਟਰੈਕਸ਼ਨ ਤਾਂ ਹੋਣਾ ਨਹੀਂ, 1 ਵੇ ਇੰਟਰੈਕਸ਼ਨ ਹੋਣਾ। ਤੁਸੀਂ ਉਹਨਾਂ ਨੂੰ ਆਨਲਾਈਨ ਜਰੀਏ ਵੀ ਸੰਬੋਧਨ ਕਰ ਸਕਦੇ ਹੋ। ਤੁਸੀਂ ਮੀਟਿੰਗ ਕਰਨੀ ਆ ਤਾਂ ਤੁਸੀਂ DOs ਨਾਲ ਕਰੋ, DPIs ਨਾਲ ਕਰੋ, ਉਹਨਾਂ ਨਾਲ ਚਰਚਾ ਕਰਕੇ ਉਹ ਫਿਰ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰਨ। ਸਾਨੂੰ ਲੱਗਦਾ ਵੀ ਇਹ ਢੰਗ ਤਰੀਕਾ ਠੀਕ ਨਹੀਂ ਕਿ ਤੁਸੀਂ ਜਿਵੇਂ ਸਹੁੰ ਚੁੱਕ ਸਮਾਗਮ ਵੇਲੇ ਵੀ 10 ਮਿੰਟ ਦਾ ਸਹੁੰ ਚੁੱਕ ਸਮਾਗਮ ਤੇ ਉੱਥੇ ਕਰੋੜਾਂ ਰੁਪਈਆ ਲਗਾ ਦਿੱਤਾ, ਲੱਖਾਂ ਲੋਕ ਇਕੱਠੇ ਕੀਤੇ। ਬਾਕੀ ਜਿੱਥੇ ਤੱਕ ਦੇਖੋ ਪੰਜਾਬ ਦੇ ਲੋਕਾਂ ਦਾ ਸਵਾਲ ਆ, 72 ਸਾਲਾਂ ਦੇ ਵਿੱਚ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਸਾਨੀ ਘੋਲ ਤੋਂ ਬਾਅਦ ਉਹ ਸਵਾਲ ਪੁੱਛਣਾ ਸਿੱਖ ਗਏ। ਕਦੋਂ ਪੁੱਛਣਾ, ਕਿਸ ਤੋਂ ਪੁੱਛਣਾ, ਕਿਵੇਂ ਪੁੱਛਣਾ, ਤੇ ਜਦੋਂ ਸਵਾਲ ਪੁੱਛਣਾ ਫਿਰ ਇਹ ਨਹੀਂ ਦੇਖਣਾ ਕਿ ਸਾਹਮਣੇ ਕਿਹੜੀ ਕੁਰਸੀ ਦੇ ਉੱਪਰ ਬੈਠਾ। ਇਸ ਕਰਕੇ ਅਸੀਂ ਕੁਝ ਸਮਾਂ ਜ਼ਰੂਰ ਦੇਵਾਂਗੇ ਸਰਕਾਰ ਨੂੰ। ਪਰ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ, ਇੱਕ ਫਰਾਂਸੀਸੀ ਚਿੰਤਕ ਤੇ ਸਾਹਿਤਕਾਰ ਹੋਇਆ ਜਾਪਾਲ ਸ਼ਾਰਤਰ। ਉਹ ਕਹਿੰਦਾ ਕਿ ਹਰੇਕ ਲੇਖਕ ਆਪਣੇ ਸਮੇਂ ਦਾ ਲੇਖਕ ਹੁੰਦਾ। ਹਰ ਸ਼ਬਦ ਦੇ ਕੁਝ ਨਤੀਜੇ ਨਿਕਲਦੇ ਨੇ ਤੇ ਚੁੱਪ ਦੇ ਵੀ ਨਤੀਜੇ ਹੁੰਦੇ ਨੇ। ਕਹਿਣ ਦਾ ਭਾਵ, ਉਹ ਕਹਿੰਦਾ ਕਿ ਜਦੋਂ ਕੋਈ ਗਲਤ ਕਰ ਰਿਹਾ ਉਸ ਦਾ ਜਿਹੜਾ ਵਿਰੋਧ ਕਰ ਰਿਹਾ ਉਹ ਵੀ ਇੱਕ ਨਤੀਜਾ ਨਿਕਲਦਾ, ਤੇ ਜਿਹੜਾ ਚੁੱਪ ਰਹਿੰਦਾ ਉਹ ਵਿਰੋਧ ਕਰਨ ਵਾਲੇ ਦੇ ਪੱਖ ਵਿੱਚ ਭੁਗਤਦਾ। ਇਸ ਕਰਕੇ ਅਸੀਂ ਜਿਹੜੀ ਪੰਜਾਬ ਦੀ ਵਿਰਾਸਤ ਆ ਗੁਰੂਆਂ ਪੀਰਾਂ ਵਾਲੀ, ਕਿ ਜੇ ਕਿਤੇ ਗਲਤ ਹੁੰਦਾ ਉਸ ਦੇ ਖਿਲਾਫ ਬੋਲਣਾ, ਉਹ ਬੋਲਾਂਗੇ, ਬਿਲਕੁਲ ਬੋਲਾਂਗੇ। ਤੇ ਜਦੋਂ ਲੱਗੂਗਾ ਕਿ ਲੋਕ ਤਿਆਰ ਨੇ, ਲੋਕਾਂ ਦਾ ਪਰਦਾ ਚੱਕਿਆ ਗਿਆ ਜੋ ਹੈਗਾ ਸੀ, ਤਾਂ ਫਿਰ ਜ਼ਰੂਰ ਲੋਕ ਸੜਕਾਂ ਤੇ ਵੀ ਆਉਣਗੇ। ਦੇਖੋ, ਸਰਕਾਰਾਂ ਕਾਮਨਾ ਤਾਂ ਇਹੀ ਕਰਦੇ ਵੀ ਇਹ ਸਰਕਾਰ ਵਧੀਆ ਚੱਲੇ, ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਆਸ ਹੈ। ਪਰ ਜਦੋਂ ਉਹੀ ਗੱਲ ਆਉਂਦੀ ਵੀ ਜਦੋਂ ਗੱਦੀ ਤੇ ਬੈਠਦੇ ਨੇ, ਫਿਰ ਜ਼ਿੰਮੇਵਾਰੀ, ਰਿਸਪੌਂਸਿਬਿਲਟੀ, ਫਿਰ ਚਾਲ ਢਾਲ 'ਚ, ਸ਼ਬਦਾਂ 'ਚ, ਬੋਲਾਂ 'ਚ, ਭਾਸ਼ਣ 'ਚ ਫਰਕ ਪੈ ਜਾਂਦਾ। ਫਾਰ ਐਗਜ਼ਾਮਪਲ, ਉਹ ਕੈਪਟਨ ਸਰਕਾਰ, ਉਹ ਚੰਨੀ ਸਰਕਾਰ ਜਿਹੜੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀ ਸੀ, ਕਈ ਵਾਰੀ ਵਿਧਾਨ ਸਭਾ 'ਚ ਉਹਦੇ ਵਿਰੁੱਧ ਮਤੇ ਪਾਸ ਕੀਤੇ। ਉਹ ਦੂਸਰੇ ਪਾਸੇ ਉਸੇ ਸਰਕਾਰ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਣਗੇ ਉਹਨਾਂ ਤੇ ਮੋਦੀ ਸਰਕਾਰ ਦਾ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਕਰਦਾ, ਜਿਹੜਾ ਅੱਜ ਵੀ ਲਾਗੂ ਹੈ। ਲੱਗਦਾ ਨਹੀਂਗਾ ਵੀ ਜਦੋਂ ਕੁਰਸੀਆਂ ਬਦਲ ਜਾਂਦੀਆਂ ਨੇ, ਜਦੋਂ ਵਿਰੋਧੀ ਧਿਰ ਸੱਤਾ 'ਚ ਆ ਜਾਂਦਾ, ਤਾਂ ਫਿਰ ਕਈ ਮਜਬੂਰੀਆਂ ਹੁੰਦੀਆਂ ਨੇ, ਤੇ ਉਸੇ ਤਹਿਤ ਹੁਣ ਦਿੱਲੀ ਪੈਟਰਨ ਜਿਹੜਾ ਆ ਸਕੂਲਾਂ ਤੇ ਲਾਗੂ ਹੋਊਗਾ। ਤੁਸੀਂ ਨਾ ਬੜਾ ਇੱਕ ਵਧੀਆ ਸਵਾਲ ਕੀਤਾ, ਜਿਹੜਾ 2017 ਤੋਂ ਬਾਅਦ ਕੇਂਦਰੀ ਜਿਹੜੇ ਇੱਥੇ ਸਾਡੇ ਸਕੇਲ ਲਾਗੂ ਕੀਤੇ। ਦੇਖੋ, ਤੁਸੀਂ ਲੋਕਾਂ ਨੂੰ ਕਿੱਡਾ ਵੱਡਾ ਮੂਰਖ ਇਹ ਬਣਾ ਰਹੇ। ਹੁਣ ਜਦੋਂ ਯੂਟੀ ਦੇ ਵਿੱਚ ਸੈਂਟਰ ਦੇ ਸਕੇਲ ਲਾਗੂ ਕਰਨ ਦੀ ਗੱਲ ਆਈ, ਤੇ ਉੱਥੇ ਕਾਂਗਰਸ ਪਾਰਟੀ ਵਿਧਾਨ ਸਭਾ 'ਚ ਬੋਲ ਰਹੀ ਆ। ਬਿਲਕੁਲ ਠੀਕ। ਤੇ ਜਿਹੜੀ ਪੰਜਾਬ 'ਚ ਰਾਜ ਕਰਦੀ ਸੀ ਜਿਸ ਸਮੇਂ, ਉਸ ਸਮੇਂ ਉਹ ਮਤਲਬ ਪੰਜਾਬ ਦੀ ਵਿਰਾਸਤ ਵੱਖਰੀ ਆ, ਜਿਹੜਾ ਪੰਜਾਬ ਦੇ ਮਾਡਲ ਲੈ ਕੇ ਅੱਜ ਤੱਕ ਹਰਿਆਣਾ ਕਹਿੰਦਾ ਰਿਹਾ ਕਿ ਜੋ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦਾ ਹੈ ਉਹ ਸਾਨੂੰ ਮਿਲਣਾ ਚਾਹੀਦਾ। ਹਿਮਾਚਲ ਦੇ ਉੱਤੇ ਪੰਜਾਬ ਦਾ ਪੇ ਕਮਿਸ਼ਨ ਲਾਗੂ ਹੁੰਦਾ ਹੈ। ਤੇ ਅੱਜ ਉੱਥੇ ਇਹ ਗੱਲ ਕਹਿਣੀ ਤਾਂ ਇਹ ਪੰਜਾਬ ਦੇ ਲੋਕਾਂ ਨਾਲ
ਫਿਰ ਪੰਜਾਬ ਦੇ ਇਤਿਹਾਸ ਨਾਲ ਧੋਖਾ ਮਨਪ੍ਰੀਤ ਬਾਦਲ ਨੂੰ ਨਹੀਂ ਕਰ ਰਹੇ ਆ ਕਿ ਅਸੀਂ ਜਿਹੜੇ ਲੋਕਾਂ ਨੂੰ ਜਗਾਉਣ ਵਾਲੇ ਅਸੀਂ ਤਾਂ ਨਹੀਂ ਕਰ ਰਹੇ ਹੈਗੇ, ਇਹ ਕਰ ਰਹੇ ਧੋਖਾ। ਇਸ ਕਰਕੇ ਧੋਖਾ ਬਹੁਤੀ ਦੇਰ ਚੱਲਣਾ ਨਹੀਂ। ਜੇ ਉਹਨਾਂ ਨੇ ਧੋਖਾ ਕੀਤਾ, ਅੱਜ ਮਨਪ੍ਰੀਤ ਬਾਦਲ ਜੀ ਦੀ ਫਿਰ ਪੋਜੀਸ਼ਨ ਦੇਖੋ ਕੀ ਹੋਈ ਆ। ਜੇ ਇਹ ਧੋਖਾ ਕਰਨਗੇ ਫਿਰ ਇਹਨਾਂ ਦੀਆਂ ਪੋਜੀਸ਼ਨਾਂ ਕਹਿੰਦੇ ਹਰਾਇਆ ਹੀ ਮੁਲਾਜ਼ਮਾਂ ਨੇ ਆ, ਜਦੋਂ ਹਾਰ ਗਏ ਤਾਂ ਫਿਰ ਮੁਲਾਜ਼ਮ ਜਿੱਤ ਰੈਲੀ ਕਰ ਰਹੇ ਬਠਿੰਡੇ। ਦੇਖੋ ਬਿਲਕੁਲ ਇਹ ਸਚਾਈ ਆ ਵੀ ਪੰਜਾਬ ਦੇ ਮੁਲਾਜ਼ਮਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰੋਸ ਇਸ ਗੱਲ ਦਾ ਸੀਗਾ ਕਿ ਮਨਪ੍ਰੀਤ ਬਾਦਲ ਜੀ ਨੇ ਹਮੇਸ਼ਾ ਕਾਰਪੋਰੇਟਾਂ ਦਾ ਧੁਰਾ ਬਣ ਕੇ ਕੰਮ ਕੀਤਾ ਹੈ। ਉਹਨਾਂ ਨੇ ਮੁਲਾਜ਼ਮਾਂ ਦੀ, ਔਰ ਇਕੱਲੇ ਮੁਲਾਜ਼ਮਾਂ ਦੀ ਨਹੀਂ, ਪੰਜਾਬ ਦੇ ਹਰ ਕਿਰਤੀ ਵਰਗ ਦੇ ਉੱਤੇ ਬੋਝ ਆ ਜਿਹੜਾ ਲਗਾਤਾਰ ਪਾਉਣ ਦਾ ਯਤਨ ਕੀਤਾ, ਇਹ ਕਹਿ ਕੇ ਕਿ ਖਜ਼ਾਨੇ ਦੀਆਂ ਚਾਬੀਆਂ ਜਿਹੜੀਆਂ ਮੇਰੇ ਕੋਲ ਪੰਜਾਬ ਦੇ ਦੀਆਂ ਸੌਂਪੀਆਂ, ਜੋ ਸੱਚੀ ਮੁੱਚੀ ਪੰਜਾਬ ਦੇ ਖਜ਼ਾਨੇ ਨੂੰ ਬਚਾਉਣਾ ਚਾਹੁੰਦੇ, ਫਿਰ ਉਸ ਟਾਈਮ ਇੰਨੀਆਂ ਪੈਨਸ਼ਨਾਂ ਲੈਣ ਵਾਲਿਆਂ ਦੇ ਉੱਤੇ ਉਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ। ਔਰ ਉਸ ਸਮੇਂ ਜੇ ਉਹ ਪੰਜਾਬ ਦੇ ਖਜ਼ਾਨੇ ਦੇ ਉੱਤੇ ਬੈਟਰ ਕੰਮ ਕਰਨਾ ਚਾਹੁੰਦੇ ਤੇ ਫਿਰ ਉਹਨਾਂ ਦੇ ਘਰਾਂ ਦੇ ਵਿੱਚ 25 30 ਏਸੀ ਚੱਲਦੇ ਰਹੇ ਤੇ ਉਹਨਾਂ ਦੇ ਘਰਾਂ ਦੇ ਵਿੱਚ 20 25 ਗੀਜ਼ਰ ਚੱਲਦੇ ਰਹੇ। ਇਹ ਸਾਰਾ ਕੁਝ ਚੱਲਦਾ ਰਿਹਾ। ਇਸ ਕਰਕੇ ਉਹ ਸਾਰੀ ਡਰਾਮੇਬਾਜ਼ੀ ਸੀਗੀ, ਡਰਾਮੇਬਾਜ਼ੀ ਦੇ ਵਿੱਚੋਂ ਸਾਰਾ ਕੁਝ ਨਿਕਲਿਆ ਸੀ। ਇਸ ਕਰਕੇ ਜਿਹੜਾ ਤੁਹਾਡਾ ਸਵਾਲ ਇਹ ਆ ਕਿ ਇਸ ਤਰ੍ਹਾਂ ਇਹ ਸਾਰਾ ਕੁਝ ਨਹੀਂ ਚੱਲਣਾ। ਜੇ ਇਹ ਵੀ ਲੋਕਾਂ ਦੇ ਨਾਲ ਇਹ ਕੁਝ ਕਰਨਗੇ, ਜੋ ਕੁਝ ਮਨਪ੍ਰੀਤ ਬਾਦਲ ਦੇ ਉਹਨਾਂ ਦੇ ਨਾਲ ਹੋਇਆ, ਤਾਂ ਪੰਜਾਬ ਦੇ ਲੋਕ, ਪੰਜਾਬ ਦੀ ਵਿਰਾਸਤ, ਪੰਜਾਬ ਦੇ ਲੋਕ ਜਿਹੜੇ ਉਸ ਪ੍ਰਧਾਨ ਮੰਤਰੀ ਨੂੰ ਔਰ ਜਿਹੜੇ ਪੂਰੇ ਭਾਰਤ ਦੇ ਲੋਕਾਂ ਨੂੰ ਖੜਾ ਕਰ ਸਕਦੇ ਆ, ਦੱਸ ਸਕਦੇ ਆ, ਤਾਂ ਇਹ ਐਜੂਕੇਸ਼ਨ ਪਾਲਿਸੀ ਤੇ ਵੀ ਹਰ ਰੋਜ਼ ਕੰਮ ਹੋ ਰਿਹਾ ਹੈ। ਅਸੀਂ ਸਾਡੀਆਂ ਜਥੇਬੰਦੀਆਂ ਔਰ ਪੰਜਾਬ ਦਾ ਵਿੱਚ ਲਗਾਤਾਰ ਸਿੱਖਿਆ ਜਿਹੜਾ ਅਧਿਕਾਰ ਮੰਚ ਹੈਗੇ ਆ, ਇਹ ਲਗਾਤਾਰ ਅਸੀਂ ਇਸ ਨੀਤੀ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਔਰ ਅਸੀਂ ਪੂਰਾ ਯਤਨ ਕਰਾਂਗੇ ਕਿ ਇਹ ਨੀਤੀ ਹੈ ਜਿਹੜੀ ਉਸੇ ਤਰ੍ਹਾਂ ਖੇਤੀ ਕਾਨੂੰਨਾਂ ਦੀ ਤਰਜ਼ ਦੇ ਉੱਤੇ ਕੱਲੀ ਪੰਜਾਬ ਦੀ ਨਹੀਂ, ਪੂਰੇ ਭਾਰਤ ਦੀ ਉਸ ਸਿੱਖਿਆ ਨੀਤੀ ਨੂੰ ਤਬਾਹ ਕਰਨਾ ਚਾਹੁੰਦੀ ਆ, ਜਿਹਦੇ ਵਿੱਚ ਜਮਹੂਰੀਅਤ ਨੂੰ ਮਤਲਬ ਪੂਰੀ ਤਰ੍ਹਾਂ ਗਲਾ ਘੁੱਟਿਆ ਜਾ ਰਿਹਾ ਹੈ। ਇਹ ਸਿੱਖਿਆ ਨੀਤੀ ਉਹ ਨੀਤੀ ਆ ਜਿਹੜੀ ਨੀਤੀ ਦੇ ਤਹਿਤ ਕਿਸੇ ਸਮੇਂ ਜਿਹੜੀ ਸਿੱਕਾ ਪਾਉਣ ਦੀ ਗੱਲ ਕੀਤੀ ਸਾਥੀ ਉਹਨਾਂ ਨੇ, ਤੇ ਉਹਦੇ ਆਧਾਰ ਦੇ ਉੱਤੇ ਉਹਨੂੰ ਜਦੋਂ ਮਤਲਬ ਉਹਨੂੰ ਬਦਲ ਕੇ ਜਦੋਂ ਸਿੱਖਿਆ ਨੀਤੀ ਬਣੀ ਆ, ਤਾਂ ਉਸ ਸਮੇਂ ਇਹ ਸਿੱਖਿਆ ਨੀਤੀਆਂ ਬਣੀਆਂ ਕਿ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਉਹਨਾਂ ਦੇ ਲਈ ਸਕੂਲ ਆ ਜਿਹੜੇ ਮਦਰਸੇ ਉਹ ਕੰਮ ਕਰਦੇ ਸੀ ਤੇ ਉਹਨੂੰ ਵਿਗਿਆਨਕ ਲੀਹਾਂ ਦੇ ਉੱਤੇ ਸਿੱਖਿਆ ਨੂੰ ਲਿਆਉਣ ਦਾ ਕੰਮ ਸੀ। ਅੱਜ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਮੁੜ ਕੇ ਉਹੀ ਉਸ ਤਰ੍ਹਾਂ ਦੀ ਜਿਹੜੇ ਸਾਡੇ ਮਤਲਬ ਇੱਥੇ ਜਿੰਨੀ ਵੀ ਇਤਿਹਾਸਿਕ ਤੌਰ ਦੇ ਉੱਤੇ ਕੋਈ ਭੂਮਿਕਾ ਜਿਹੜੀ ਵਿਗਿਆਨਕ ਲੀਹਾਂ ਤੇ ਐਜੂਕੇਸ਼ਨ ਨੂੰ ਲਿਆਉਣ ਵਾਸਤੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੁਰਬਾਨੀਆਂ ਕਰਨ ਵਾਲੇ ਲੋਕ ਆ, ਉਹਨਾਂ ਦੇ ਇਤਿਹਾਸ ਨੂੰ ਸਿੱਖਿਆ ਦੇ ਵਿੱਚੋਂ ਇਹ ਸਿੱਖਿਆ ਨੀਤੀ ਹੈ ਜਿਹੜੀ ਬਾਹਰ ਤੱਕ ਰਹੀ ਆ। ਇਹ ਸਿੱਖਿਆ ਨੀਤੀ ਬਾਹਰ ਤੱਕ ਕੇ ਮੁੜ ਕੇ ਸਾਡੀ ਸਿੱਖਿਆ ਨੂੰ ਅੰਧ ਵਿਸ਼ਵਾਸੀ ਬਣਵਾ ਰਹੀ ਆ ਤੇ ਇਸ ਕਰਕੇ ਇਹਦੇ ਉੱਤੇ ਅਸੀਂ ਲਗਾਤਾਰ ਕੰਮ ਕਰਦੇ ਹਾਂ। ਉਹ ਕੰਮ ਕਰਦੇ ਹੋਏ ਅਸੀਂ ਪੰਜਾਬ ਤੇ ਭਾਰਤ ਦੇ ਲੋਕਾਂ ਨੂੰ ਜਗਾਵਾਂਗੇ ਔਰ ਪੰਜਾਬ ਦੀ ਸਰਕਾਰ ਨੂੰ ਅਸੀਂ ਕਿਹਾ ਤੇ ਇਹਨਾਂ ਨੂੰ ਚਾਹੀਦਾ ਵੀ ਇਹ ਆ, ਜੇ ਇਹ ਕੇਂਦਰ ਦੇ ਕੇਂਦਰੀ ਸਕੇਲਾਂ ਦੇ ਉੱਤੇ ਮਤਲਬ ਆਪਣਾ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਸਕਦੇ ਆ, ਤਾਂ ਇਹ ਦਿਲ ਦਿਖਾਉਣ, ਇਹ ਇਸ ਸਿੱਖਿਆ ਨੀਤੀ ਨੂੰ ਵਿਧਾਨ ਸਭਾ 'ਚ ਰੱਦ ਕਰਨ। ਵਿਕਰਮ ਜੀ, ਹਾਲੇ ਆਪਣੀ ਸਿੱਖਿਆ ਨੀਤੀ ਭਗਵੰਤ ਸਿੰਘ ਦੀ ਸਰਕਾਰ ਇਹ ਬੋਲੀ ਨਹੀਂ ਗਈ ਵੀ ਜਿਹੜਾ ਕੇਂਦਰੀ ਤਨਖਾਹ ਸਕੇਲ ਲਾਗੂ ਕਰਤਾ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਆ ਵੀ ਉਹ ਖਤਮ ਕਰਾਂਗੇ। ਮੇਰਾ ਖਿਆਲ ਪਹਿਲੋਂ ਇਹ ਕਹਿੰਦੇ ਰਹੇ ਵੀ ਖਤਮ ਕਰਾਂਗੇ। ਇਸੇ ਤਰ੍ਹਾਂ ਕੀ ਤੁਹਾਨੂੰ ਆਸ ਹੈ ਵੀ ਪੰਜਾਬ 'ਚ ਨਿੱਜੀਕਰਨ ਖਤਮ ਹੋ ਜਾਊਗਾ ਮਾਨ ਸਾਹਿਬ ਦੀ ਸਰਕਾਰ ਤੇ? ਤੁਹਾਨੂੰ ਆਸ ਹੈ ਵੀ ਜਿਹੜੇ ਆਊਟਸੋਰਸ ਤੇ ਲੱਗੇ ਨੇ, ਜਿਨ੍ਹਾਂ ਦਾ ਵਿੱਤੀ ਸ਼ੋਸ਼ਣ ਹੋ ਰਿਹਾ, ਵਿੱਤੀ ਸ਼ੋਸ਼ਣ ਕਿ ਮੈਂ ਤਾਂ ਕਹੂੰਗਾ ਜਿਨ੍ਹਾਂ ਨੂੰ ਜਿਉਂਦੀਆਂ ਲਾਸ਼ਾਂ ਬਣਾ ਦਿੱਤਾ, ਵੀ ਇੱਕ ਠੇਕੇਦਾਰ ਉਹਨਾਂ ਦੀ ਬੋਲੀ ਲਾ ਕੇ ਤੇ ਉਹਨਾਂ ਨੂੰ ਪੰਜਾਬ ਨੂੰ ਹਾਇਰ ਕਰਕੇ ਦਿੰਦਾ ਸਰਕਾਰ ਨੂੰ, ਇਹ ਸਿਸਟਮ ਲੱਗਦਾ ਵੀ ਖਤਮ ਹੋ ਜਾਊਗਾ? ਦੇਖੋ, ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਵੀ ਬਾਕੀ ਪਾਰਟੀਆਂ ਵਾਂਗ ਇੱਕ ਪ੍ਰੋ ਕਾਰਪੋਰੇਟ ਪਾਰਟੀ ਆ। ਨਹੀਂ, ਇਹ ਕਿਵੇਂ ਕਹਿ ਸਕਦੇ? ਤੇ ਇਸ ਕਰਕੇ ਆਮ ਆਦਮੀ ਦੀ ਪਾਰਟੀ ਨਹੀਂ, ਆਮ ਆਦਮੀ ਤਾਂ ਨਾਮ ਕੁਝ ਵੀ ਰੱਖ ਸਕਦੇ ਹੋ ਤੁਸੀਂ, ਪ੍ਰੋ ਕਾਰਪੋਰੇਟ ਹੀ ਹੈ। ਜਦੋਂ ਇੱਥੇ ਰਾਜ ਸਭਾ ਮੈਂਬਰ ਉਹ ਲਏ ਜੀ, ਇਹ ਜਿਵੇਂ ਆਪਾਂ ਰਾਜ ਸਭਾ ਮੈਂਬਰ ਦੀ ਵੀ ਗੱਲ ਕੀਤੀ, ਤਾਂ ਜੇ ਪ੍ਰੋ ਕਾਰਪੋਰੇਟ ਨਾ ਹੁੰਦੀ ਤਾਂ ਉਸ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਮਾਨਮੱਤੀਆਂ ਸੰਸਥਾਵਾਂ ਨੇ, ਯੂਨੀਵਰਸਿਟੀਆਂ ਨੇ, ਉਹਨਾਂ ਦੇ ਵਿੱਚੋਂ ਕੋਈ ਨਿਕਲੇ ਹੋਏ ਸਕਾਲਰ ਇਹ ਰਾਜ ਸਭਾ ਦੇ ਵਿੱਚ ਭੇਜ ਸਕਦੇ ਸੀ। ਤੇ ਦੂਸਰਾ, ਜਿਹੜਾ 3 ਖੇਤੀ ਕਾਨੂੰਨਾਂ ਖਿਲਾਫ ਵੀ ਸੰਘਰਸ਼ ਚੱਲਿਆ, ਉਸ ਦੇ ਵਿੱਚੋਂ ਇੱਕ ਖੇਤੀ ਕਾਨੂੰਨ ਦਿੱਲੀ ਸਰਕਾਰ ਨੇ ਆਪਣੇ ਉੱਥੇ ਪਾਸ ਕਰ ਲਿਆ ਸੀ ਤੇ ਉਹ ਜਿਹੜਾ ਖੇਤੀ ਕਾਨੂੰਨ ਕੇਜਰੀਵਾਲ ਸਾਹਿਬ ਨੇ ਪਾੜ ਕੇ ਸੁੱਟਤਾ ਸੀ। ਦੇਖੋ, ਬਾਅਦ ਚ ਪਾੜ ਕੇ ਸਿੱਟਤਾ ਹੋਵੇ ਲੋਕਾਂ ਦੇ ਪ੍ਰੈਸ਼ਰ ਚੋਂ, ਉਹ ਵੱਖਰੀ ਗੱਲ ਆ, ਪਰ ਇੱਕ ਖੇਤੀ ਕਾਨੂੰਨ ਸੀ ਜਿਹੜਾ ਉਹਨਾਂ ਨੇ ਉਹ ਲਾਗੂ ਕਰ ਲਿਆ ਸੀ। ਦੇਖੋ, ਦੂਸਰਾ ਇਹ ਆ ਕਿ ਆਸ ਦੀ ਜਿੱਥੇ ਤੱਕ ਗੱਲ ਆ, ਸਾਨੂੰ ਜੇ ਆਸ ਹੈਗੀ ਆ ਤਾਂ ਸਾਨੂੰ ਆਪਣੇ ਜਥੇਬੰਦੀਆਂ ਤੋਂ, ਸੰਘਰਸ਼ ਤੋਂ, ਸਾਡੇ ਵਿਰਸੇ ਤੋਂ, ਸਾਡੇ ਸੱਭਿਆਚਾਰ ਤੋਂ, ਇਸ ਤੋਂ ਆਸ ਆ ਕਿ ਮੈਨੂੰ ਕਦੇ ਗੱਲ ਅਟਕਦੀ ਆ, ਤੁਹਾਨੂੰ ਸੰਘਰਸ਼ ਤੋਂ ਆਸ ਹੈ, 92 ਵਿਧਾਇਕਾਂ ਤੋਂ ਆਸ ਨਹੀਂ? ਦੇਖੋ, 92 ਵਿਧਾਇਕ ਜਿਤਾਇਆ ਉਹਨਾਂ ਨੂੰ, ਦੇਖੋ ਤੁਸੀਂ ਭੇਜਿਆ ਵਿਧਾਨ ਸਭਾ ਸੈਕਟਰੀਏਟ,
ਦੇਖੋ ਪਹਿਲੀ ਗੱਲ ਤਾਂ ਖਾਸ ਕਰਕੇ ਸਮਾਂ ਦੇ ਰਹੇ ਜੀ ਜਿਹੜਾ ਅਸੀਂ ਸਮਾਂ ਦੇਣ ਦੀ ਵੀ ਗੱਲ ਕੀਤੀ ਹੈ ਇਸੇ ਕਰਕੇ ਕੀਤੀ ਆ, ਪਰ ਗੱਲ ਇਹ ਆ ਕਿ ਜਿਹੜੀ ਇਨਰ ਪਾਰਟੀ ਡੈਮੋਕ੍ਰੇਸੀ ਆ ਉਹ ਨਾ ਤਾਂ ਬਾਕੀ ਪਾਰਟੀਆਂ ਦੇ ਵਿੱਚ ਆ, ਬੀਜੇਪੀ, ਕਾਂਗਰਸ ਜਾਂ ਅਕਾਲੀ ਦਲ ਦੇ ਵਿੱਚ ਵਨ ਮੈਨ ਸ਼ੋਅ ਆ, ਤੇ ਨਾ ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਆ। ਕਿਉਂ ਅੱਜ ਭਗਵੰਤ ਮਾਨ ਨੂੰ ਨਹੀਂ ਕਹਿੰਦੇ ਮਿਲੇ ਆ ਸਾਰੇ ਵਿਧਾਇਕਾਂ ਨੂੰ ਮਿਲੇ। ਮੈਂ ਤੁਹਾਨੂੰ ਇੱਕ ਧਿਆਨ ਚ ਲਿਆਉਣਾ ਚਾਹੂੰਗਾ ਕਿ ਇੱਥੇ ਹੋ ਤਾਂ ਇਹ ਰਿਹਾ ਕਿ ਸਾਡੇ ਮੁੱਖ ਮੰਤਰੀ ਜਦੋਂ ਕੈਬਨਿਟ ਮੀਟਿੰਗ ਕਰਦੇ ਨੇ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਇੰਟਰੈਕਸ਼ਨ ਕਰਨ ਦੀ ਥਾਂ ਜਾਂ ਤਾਂ 5 ਮਿੰਟ ਦੀ 4 ਮਿੰਟ ਦੀ ਵੀਡੀਓ ਜਾਰੀ ਕਰ ਦਿੰਦੇ ਨੇ। ਉਹ ਤੇ ਉਹਨਾਂ ਨੇ ਉੱਥੇ ਬਣਾ ਲਿਆ, ਸਟੂਡੀਓ ਬਣਾ ਲਿਆ ਬਸ। ਤੇ ਇੱਕ ਹੋਰ ਪੈਟਰਨ ਦੇਖੋ ਕਿ ਉਹਨਾਂ ਦੀ ਵੀਡੀਓ ਤੋਂ ਬਾਅਦ ਸ਼੍ਰੀ ਕੇਜਰੀਵਾਲ ਦੀ ਵੀਡੀਓ ਵੀ ਆ ਜਾਂਦੀ ਆ। ਮੇਰਾ ਤਾਂ ਡਾਊਟ ਆ ਵੀ ਸ਼ਾਇਦ ਕੇਜਰੀਵਾਲ ਦੀ ਵੀਡੀਓ ਪਹਿਲਾਂ ਤਿਆਰ ਹੁੰਦੀ ਆ, ਇਹਨਾਂ ਨੂੰ ਭੇਜੀ ਜਾਂਦੀ ਆ ਵੀ ਤੁਸੀਂ ਬੋਲਣਾ ਕੀ ਆ, ਉਸ ਤੋਂ ਬਾਅਦ ਫਿਰ ਭਗਵੰਤ ਮਾਨ ਜੀ ਬੋਲਦੇ ਨੇ। ਤੁਸੀਂ ਤੇ ਜਿਵੇਂ ਵਿਰੋਧੀ ਧਿਰਾਂ ਦੋਸ਼ ਲਾਉਂਦੀਆਂ ਵੀ ਨਹੀਂ, ਦੋਸ਼ ਨਹੀਂ, ਦਿੱਲੀ ਦੇ ਇਸ਼ਾਰੇ ਤੇ ਚੱਲਦਾ, ਤੁਸੀਂ ਉਦਾਂ ਦਾ ਦੋਸ਼ ਲਾ ਰਹੇ। ਅਸੀਂ ਦੋਸ਼ ਨਹੀਂ ਲਗਾ ਰਹੇ, ਅਸੀਂ ਤਾਂ ਸ਼ੀਸ਼ਾ ਦਿਖਾ ਰਹੇ ਆ। ਜਥੇਬੰਦੀਆਂ ਦਾ ਕੰਮ ਹੁੰਦਾ ਕਿ ਜੋ ਲੋਕਾਂ ਲਈ ਕੰਮ ਕਰਦੀਆਂ ਨੇ, ਜਨਤਕ ਸਿੱਖਿਆ ਦੀ ਭਲਾਈ ਲਈ ਕੰਮ ਕਰਦੀਆਂ ਨੇ, ਤਾਂ ਉਹ ਸ਼ੀਸ਼ਾ ਦਿਖਾਉਣ, ਤੇ ਉਸ ਦੇ ਵਿੱਚੋਂ ਅਸੀਂ ਕੁਝ ਸਮਾਂ ਵੀ ਦਿੱਤਾ। ਤੇ ਪਰ ਸਮਾਂ ਦੇਣ ਦਾ ਅਰਥ ਇਹ ਨਹੀਂ ਹੋਊਗਾ ਕਿ ਜੇ ਕਿਤੇ ਕੋਈ ਗਲਤ ਹੁੰਦਾ ਉਸ ਤੇ ਅਸੀਂ ਪ੍ਰਸ਼ਨ ਚਿੰਨ੍ਹ ਨਾ ਲਗਾਈਏ। ਤੇ ਇਸ ਕਰਕੇ ਇਹ ਆ ਕਿ ਆਸ ਕਰਾਂਗੇ ਇੰਨੀ ਕੁ ਕਿ ਲੋਕਾਂ ਨੇ ਜੋ ਹੌਸਲਾ ਦਿਖਾਇਆ ਤਬਦੀਲੀ ਕਰਨ ਦਾ, ਕਿ ਚਿਹਰਿਆਂ ਦੀ ਤਬਦੀਲੀ, ਅਸੀਂ ਕੋਈ ਇਸ ਦੇ ਵਿੱਚ ਵਿਚਾਰਧਾਰਾ ਦੀ ਤਬਦੀਲੀ ਨਹੀਂ ਦੇਖ ਰਹੇ, ਪਰ ਚਿਹਰਿਆਂ ਦੀ ਤਬਦੀਲੀ ਦਾ ਜੋ ਹੌਸਲਾ ਦਿਖਾਇਆ ਕਿ ਇੱਕ ਗੱਲ ਤਾਂ ਹੈਗੀ ਆ ਕਿ ਇਸ ਜਿੱਤ ਦੇ ਵਿੱਚੋਂ ਲੋਕਾਂ ਨੇ ਧਰਮ ਤੋਂ ਉੱਪਰ ਉੱਠ ਕੇ, ਫਿਰਕੇ ਤੋਂ ਉੱਪਰ ਉੱਠ ਕੇ, ਜਾਤ ਤੋਂ ਉੱਪਰ ਉੱਠ ਕੇ, ਡੇਰਿਆਂ ਨੂੰ ਪਿੱਛੇ ਛੱਡ ਕੇ ਵੋਟਾਂ ਪਾਈਆਂ ਨੇ। ਆਸ ਆ ਕਿ ਪੰਜਾਬੀਆਂ ਦੀ ਜਿਹੜੀ ਇਹ ਆਸ ਆ ਇਹ ਨਾ ਟੁੱਟੇ, ਨਹੀਂ ਪੰਜਾਬ ਆ ਜਿਹੜਾ ਫਿਰ ਆਪਣੇ ਇਤਿਹਾਸ ਦੇ ਵਿੱਚੋਂ ਦੁਬਾਰਾ ਉਵੇਂ ਹੀ ਖੜਾ ਹੋਊਗਾ। ਮਿਹਰਬਾਨੀ ਦੋਨਾਂ ਦੋਸਤਾਂ ਦੀ, ਬਹੁਤ ਧੰਨਵਾਦ ਸਾਡੇ ਸਟੂਡੀਓ 'ਚ ਆਏ। ਪਰ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਹੈ ਵੀ ਜਿਵੇਂ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ, ਜਿਵੇਂ ਬਿਜਲੀ ਦੇ ਇੰਜੀਨੀਅਰ ਦਿੱਲੀ ਜਾ ਕੇ ਉੱਥੇ ਜਾ ਕੇ ਨੌਲੇਜ ਲੈ ਰਹੇ ਨੇ, ਜਾਂ ਉੱਥੇ ਉਹਨਾਂ ਦੀ ਕਹਿੰਦੇ ਆ ਵੀ ਕਲਾਸ ਲਾਈ ਜਾਂਦੀ ਹੈ, ਔਰ ਜਿਵੇਂ ਦਿੱਲੀ ਮਾਡਲ ਸਿੱਖਿਆ ਦਾ ਜਿਹੜਾ ਪੰਜਾਬ 'ਚ ਲਾਗੂ ਕਰਨ ਦੀ ਗੱਲ ਚੱਲ ਰਹੀ ਹੈ, ਪਰ ਦੋ ਜਿਹੜੇ ਅਧਿਆਪਕ ਆਗੂ ਨੇ ਉਹਨਾਂ ਦਾ ਇਹ ਕਹਿਣਾ ਵੀ ਪੰਜਾਬ ਉੱਪਰ ਇੱਕ ਸ਼ਹਿਰ ਦਾ ਮਾਡਲ ਥੋਪਣਾ ਕਿਸੇ ਵੀ ਰੂਪ ਵਿੱਚ ਪੰਜਾਬੀਆਂ ਨੂੰ ਪ੍ਰਵਾਨ ਨਹੀਂ ਹੋਊਗਾ। ਹੁਣ ਦੇਖਦੇ ਹਾਂ ਭਗਵੰਤ ਸਿੰਘ ਮਾਨ ਤੇ ਮੀਤ ਹੇਰ ਇਹਦੇ ਬਾਰੇ ਕੀ ਫੈਸਲਾ ਲੈਂਦੇ ਨੇ, ਪਰ ਇੱਕ ਵਾਰੀ ਲੱਗਦਾ ਹੈ ਵੀ ਦਿੱਲੀ ਮਾਡਲ ਪੰਜਾਬ ਵਿੱਚ ਲਾਗੂ ਕਰਨ ਨਾਲ ਇੱਕ ਨਵੀਂ ਹਲਚਲ ਪੈਦਾ ਜ਼ਰੂਰ ਹੋ ਸਕਦੀ ਹੈ।